ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਸਟੂਡੀਓ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਮੈਂ ਅਰਸ਼ਦੀਪ ਸਿੰਘ ਬਹੁਤ-ਬਹੁਤ ਸਵਾਗਤ ਕਰਦਾ ਹਾਂ। ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਅਸੀਂ ਆਪਣੇ ਇਸ ਪ੍ਰੋਗਰਾਮ ਸਾਂਝ ਵਿਚਾਰ ਦੇ ਰਾਹੀਂ ਹਰ ਵਾਰ ਕਰੋਨਾ ਦੀ ਅਪਡੇਟ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਹਾਂ ਅਤੇ ਅੱਜ ਮੇਰੇ ਨਾਲ ਲਾਈਨ 'ਤੇ ਮੌਜੂਦ ਨੇ ਗੋਰਕੀ ਬਖਸ਼ੀ ਜੀ ਦਿੱਲੀ ਤੋਂ ਅਤੇ ਨਵਜੀਤ ਵੀਕੇ ਜੀ ਭੋਗਪੁਰ ਤੋਂ। ਗੋਰਕੀ ਬਖਸ਼ੀ ਜੀ ਅਤੇ ਨਵਜੀਤ ਜੀ, ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਆਪਣੇ ਪ੍ਰੋਗਰਾਮ ਸਾਂਝ ਵਿਚਾਰ ਦੇ ਵਿੱਚ। ਜੀ ਧੰਨਵਾਦ ਜੀ ਅਰਸ਼ ਜੀ, ਬਹੁਤ ਬਹੁਤ ਸ਼ੁਕਰੀਆ ਜੀ। ਜੀ ਨਵਜੀਤ ਜੀ, ਸਭ ਤੋਂ ਪਹਿਲਾਂ ਮੈਂ ਤੁਹਾਨੂੰ ਪੁੱਛਣਾ ਚਾਹਾਂਗਾ ਕਿ ਦੁਨੀਆ ਭਰ ਵਿੱਚ ਕਰੋਨਾ ਦੀ ਕੀ ਅਪਡੇਟ ਹੈ, ਕੀ ਹਾਲਾਤ ਚੱਲ ਰਹੇ ਨੇ ਅਤੇ ਸਾਡੇ ਦੇਸ਼ ਦੇ ਵਿੱਚ ਕਰੋਨਾ ਨਾਲ ਕਿੰਨੇ ਕੁ ਲੋਕ ਜੋ ਪੀੜਿਤ ਨੇ ਅਤੇ ਕੀ ਗਤੀਵਿਧੀਆਂ ਹੋ ਰਹੀਆਂ ਨੇ ਕਰੋਨਾ ਨੂੰ ਲੈ ਕੇ। ਜੀ ਅਰਸ਼ ਜੀ, ਕਰੋਨਾ ਵਾਇਰਸ ਨੇ ਜ਼ਿੰਦਗੀ ਦੀ ਰਫ਼ਤਾਰ ਜਿਹੜੀ ਆ ਬਹੁਤ ਹੌਲੀ ਕਰ ਦਿੱਤੀ ਆ, ਪਰ ਕਰੋਨਾ ਵਾਇਰਸ ਨੇ ਆਪਣੀ ਜਿਹੜੀ ਰਫ਼ਤਾਰ ਆ ਉਹ ਦਿਨ ਪ੍ਰਤੀ ਦਿਨ ਹੋਰ ਕਰ ਦਿੱਤੀ ਆ। ਕਰੋਨਾ ਵਾਇਰਸ ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਇਆ। ਜਦੋਂ ਸ਼ੁਰੂ ਹੋਇਆ ਸੀ ਤਾਂ ਉਦੋਂ ਸੋਚਿਆ ਵੀ ਨਹੀਂ ਹੋਵੇਗਾ ਕਿਸੇ ਨੇ ਕਿ ਸ਼ਾਇਦ ਅੱਜ ਤੱਕ ਇੰਨੀਆਂ ਮੌਤਾਂ ਹੋ ਜਾਣਗੀਆਂ। ਸਥਿਤੀ ਬੜੀ ਗੰਭੀਰ ਬਣੀ ਹੋਈ ਹੈ। ਜੇਕਰ ਅਮਰੀਕਾ ਦੀ ਗੱਲ ਕੀਤੀ ਜਾਵੇ ਤਾਂ ਇਸ ਵਕਤ ਸਭ ਤੋਂ ਪ੍ਰਭਾਵਿਤ ਦੇਸ਼ਾਂ ਦੇ ਵਿੱਚੋਂ ਇੱਕ ਦੇਸ਼ ਹੈ ਅਮਰੀਕਾ। ਹੁਣ ਤੱਕ ਕਰੋਨਾ ਵਾਇਰਸ ਨਾਲ 35 ਲੱਖ ਦੇ ਕਰੀਬ ਜਿਹੜੇ ਲੋਕ ਆ ਉਹ ਪ੍ਰਭਾਵਿਤ ਹੋ ਚੁੱਕੇ ਆ ਤੇ 2,45,000 ਤੋਂ ਵੱਧ ਲੋਕਾਂ ਦੀ ਜਿਹੜੀ ਆ ਮੌਤ ਹੋ ਚੁੱਕੀ ਹੈ। ਅਰਸ਼ਦੀਪ ਜੀ, ਮੈਂ ਦੱਸਣਾ ਚਾਹੁੰਦਾ ਆਪਣੇ ਸਰੋਤਿਆਂ ਨੂੰ ਵੀ, ਤੁਹਾਨੂੰ ਵੀ, ਕਿ ਇਹ ਅੰਕੜੇ ਉੱਪਰ ਥੱਲੇ ਹੋ ਸਕਦੇ ਨੇ ਕਿਉਂਕਿ ਇਹ ਅੰਕੜੇ ਹਰ ਘੰਟੇ ਹਰ ਦਿਨ ਬਦਲ ਰਹੇ ਨੇ। ਹੋ ਸਕਦਾ ਹੈ ਸਾਡੇ ਪ੍ਰੋਗਰਾਮ ਦੇ ਖਤਮ ਹੋਣ ਤੱਕ ਹੀ ਮੌਤਾਂ ਦੀ ਗਿਣਤੀ ਵੱਧ ਜਾਵੇ। ਬਹੁਤ ਸਾਰੇ ਮਰੀਜ਼ ਜਿਹੜੇ ਠੀਕ ਹੋ ਰਹੇ ਨੇ ਉਹਨਾਂ ਦੀ ਗਿਣਤੀ ਵੱਧ ਜਾਵੇ। ਇਸ ਕਰਕੇ ਅੰਕੜਿਆਂ ਵਿੱਚ ਅੱਗੇ ਪਿੱਛੇ ਹੋ ਸਕਦਾ ਹੈ। ਹੁਣ ਜੇਕਰ ਮੈਂ ਅਮਰੀਕਾ ਦੀ ਗੱਲ ਕਰਾਂ ਤਾਂ ਅਮਰੀਕਾ ਵਿੱਚ ਹੁਣ ਤੱਕ 67,000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 10 ਲੱਖ ਤੋਂ ਵੱਧ ਲੋਕ ਜਿਹੜੇ ਆ ਇਸ ਭਿਆਨਕ ਵਾਇਰਸ ਦਾ ਸ਼ਿਕਾਰ ਹੋ ਚੁੱਕੇ ਨੇ। ਹਾਲਾਂਕਿ 1,73,000 ਤੋਂ ਵੱਧ ਲੋਕ ਜਿਹੜੇ ਆ ਉੱਥੇ ਰਿਕਵਰ ਵੀ ਹੋਏ ਨੇ, ਠੀਕ ਵੀ ਹੋਏ ਨੇ ਕਰੋਨਾ ਵਾਇਰਸ ਤੋਂ। ਇਸੇ ਤਰ੍ਹਾਂ ਸਪੇਨ ਵਿੱਚ 2,45,000 ਤੋਂ ਵੱਧ ਲੋਕ ਜਿਹੜੇ ਆ ਇਸ ਵਾਇਰਸ ਤੋਂ ਪ੍ਰਭਾਵਿਤ ਹੋਏ ਨੇ ਤੇ ਹੁਣ ਤੱਕ 25,000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਟਲੀ ਵਿੱਚ ਇਹ ਅੰਕੜਾ ਮੌਤਾਂ ਦਾ ਜਿਹੜਾ ਆ 28,000 ਨੂੰ ਪਾਰ ਕਰ ਚੁੱਕਾ ਹੈ। ਉਸ ਤੋਂ ਇੱਕ ਸਭ ਤੋਂ ਜ਼ਿਆਦਾ ਅਤੇ ਤੇਜ਼ੀ ਨਾਲ ਪ੍ਰਭਾਵਿਤ ਹੋਣ ਵਾਲਾ ਇੱਕ ਜਿਹੜਾ ਦੇਸ਼ ਬਣਿਆ ਹੋਇਆ ਉਹ ਹੈ ਇੰਗਲੈਂਡ। ਇੰਗਲੈਂਡ ਦੇ ਵਿੱਚ ਹੁਣ ਤੱਕ 28,000 ਤੋਂ ਵੱਧ ਲੋਕਾਂ ਦੀ ਜਿਹੜੀ ਆ ਮੌਤ ਹੋ ਚੁੱਕੀ ਹੈ। ਹਾਲਾਂਕਿ ਇੰਗਲੈਂਡ ਦੇ ਜਿਹੜੇ ਪ੍ਰਧਾਨ ਮੰਤਰੀ ਸੀ ਬੋਰਿਸ ਜੌਨਸਨ, ਉਹ ਇਸ ਭਿਆਨਕ ਬਿਮਾਰੀ ਤੋਂ ਨਿਜਾਤ ਪਾ ਚੁੱਕੇ ਨੇ, ਠੀਕ ਹੋ ਚੁੱਕੇ ਨੇ। ਫਰਾਂਸ ਵਿੱਚ ਵੀ ਮੌਤਾਂ ਦੀ ਗਿਣਤੀ 24,000 ਨੂੰ ਪਾਰ ਕਰ ਚੁੱਕੀ ਹੈ। ਇਸੇ ਤਰ੍ਹਾਂ ਜੇਕਰ ਹੁਣ ਮੈਂ ਭਾਰਤ ਦੀ ਗੱਲ ਕਰਾਂ ਤਾਂ ਭਾਰਤ ਵਿੱਚ ਦਿਨ ਪ੍ਰਤੀ ਦਿਨ ਜਿਹੜਾ ਆ ਇਹ ਮਰੀਜ਼ਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਹੁਣ ਤੱਕ 39,000 ਤੋਂ ਵੱਧ ਕੇਸ ਜਿਹੜੇ ਆ ਉਹ ਆ ਚੁੱਕੇ ਨੇ ਸਾਹਮਣੇ। 40,000 ਤੋਂ ਵੱਧ ਕੇਸ ਜਿਹੜੇ ਆ ਉਹ ਸਾਹਮਣੇ ਆ ਚੁੱਕੇ ਨੇ, ਜਿਸ ਵਿੱਚ 1,300 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਰਸ਼ ਜੀ ਨਵਜੀਤ ਜੀ, ਜਿਵੇਂ ਤੁਸੀਂ ਜਾਣਕਾਰੀ ਦਿੱਤੀ, ਪਤਾ ਲੱਗ ਰਿਹਾ ਹੈ ਕਿ ਕਰੋਨਾ ਵਾਇਰਸ ਪੂਰੇ ਵਿਸ਼ਵ ਵਿੱਚ ਬੜੇ ਭਿਆਨਕ ਤਰੀਕੇ ਨਾਲ ਆਪਣੇ ਪੈਰ ਜਮਾ ਚੁੱਕਾ ਹੈ ਅਤੇ ਸਭ ਤੋਂ ਵੱਧ ਪ੍ਰਭਾਵਿਤ ਹੁਣ ਤੱਕ ਅਮਰੀਕਾ ਦੇਖਣ ਨੂੰ ਮਿਲਿਆ ਹੈ ਇਟਲੀ ਤੋਂ ਬਾਅਦ, ਜਿੱਥੇ ਕਰੋਨਾ ਵਾਇਰਸ ਦੇ ਬਹੁਤ ਸਾਰੇ ਕੇਸ ਸਾਹਮਣੇ ਆਏ ਨੇ। ਜੀ ਗੋਰਕੀ ਬਖਸ਼ੀ ਜੀ, ਤੁਸੀਂ ਦੱਸੋ ਕਿ ਦਿੱਲੀ ਵਿੱਚ ਇਸ ਸਮੇਂ ਕੀ ਹਾਲਾਤ ਨੇ, ਕਿੰਨੇ ਕੁ ਲੋਕ ਪੀੜਿਤ ਨੇ, ਦਿੱਲੀ ਦੇ ਮੌਜੂਦਾ ਹਾਲਾਤ ਕੀ ਨੇ? ਦੇਖੋ ਅਰਸ਼ ਜੀ, ਜਿਸ ਤਰ੍ਹਾਂ ਨਵਜੀਤ ਜੀ ਨੇ ਦੱਸਿਆ ਕਿ ਕੋਰੋਨਾ ਸਾਰੇ ਦੇਸ਼ ਵਿੱਚ ਫੈਲਿਆ ਹੋਇਆ, ਸਾਰੀ ਦੁਨੀਆ ਵਿੱਚ ਫੈਲਿਆ ਹੋਇਆ ਤੇ ਨਾਲ ਹੀ ਦਿੱਲੀ ਵੀ ਇਸ ਤੋਂ ਅਛੂਤਾ ਨਹੀਂ ਹੈ। ਦਿੱਲੀ ਦੇ ਵਿੱਚ ਇਸ ਸਮੇਂ ਜਿਹੜੀ ਰਿਪੋਰਟ 1 ਮਈ ਤੱਕ ਦੀ ਸਰਕਾਰੀ ਗੈਜ਼ਟ ਦੇ ਵਿੱਚ ਛਾਪੀ ਗਈ ਹੈ, ਉਸ ਦੇ ਅਨੁਸਾਰ 1 ਮਈ ਤੱਕ 3,738 ਲੋਕ ਦਿੱਲੀ 'ਚ ਹੁਣ ਤੱਕ ਮਾਮਲੇ ਆ ਚੁੱਕੇ ਆ ਕਰੋਨਾ ਵਾਇਰਸ ਦੇ, ਜਿਹਦੇ ਵਿੱਚੋਂ ਖਾਲੀ ਇੱਕ ਦਿਨ ਦੇ ਵਿੱਚ ਹੀ 1 ਮਈ ਨੂੰ 223 ਮਾਮਲੇ ਆਏ ਹੈ, ਜੋ ਕਿ ਹੁਣ ਤੱਕ ਦੀ ਸਭ ਤੋਂ ਜ਼ਿਆਦਾ ਮਾਮਲਿਆਂ ਦੇ ਵਿੱਚੋਂ ਇੱਕ ਹੈ। ਅਗਰ ਮਰਕਜ਼ ਵਾਲੇ ਮਾਮਲਿਆਂ ਦੇ ਵਿੱਚੋਂ ਕੱਢ ਦਿੱਤਾ ਜਾਏ ਤਾਂ 223 ਨੰਬਰ ਇੱਕ ਵੀ ਬੜਾ ਆંકੜਾ ਹੈ। ਹਾਲਾਂਕਿ ਇਹਦੇ ਵਿੱਚ ਠੀਕ ਹੋਣੇ ਵਾਲਿਆਂ ਦੀ ਰਫ਼ਤਾਰ ਵੀ ਵਧੀ ਹੈ। ਇਸ ਵਿੱਚ ਦਿੱਲੀ ਦੇ ਵਿੱਚ ਹੁਣ ਤੱਕ 1,167 ਲੋਕ ਜੋ ਕੋਰੋਨਾ ਨਾਲ ਪ੍ਰਭਾਵਿਤ ਸੀਗੇ ਹੁਣ ਤੱਕ ਠੀਕ ਹੋ ਚੁੱਕੇ ਆ। ਇਹਦੇ ਵਿੱਚੋਂ 73 ਲੋਕਾਂ ਨੂੰ ਪਰਸੋਂ ਹੀ ਛੁੱਟੀ ਮਿਲੀ ਹੈ। ਇੱਕ ਦਿਨ ਦੇ ਅੰਦਰ ਹੀ 73 ਲੋਕ ਠੀਕ ਹੋ ਕੇ ਆਪਣੇ ਘਰਾਂ ਗਏ ਆ। ਇਸ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਟੋਟਲ ਐਕਟਿਵ ਰੋਗੀ ਜੋ ਹੈ, ਪॉजिटिव रोगी जो कोरोना वायरस ਦੇ 2,510 है। तो बाकी जो हालात है, रफ्तार कोरोना ਦੀ ਵਧੀ ਰਹੀ ਹੈ ਤੇ ਨਾਲੇ ਅੰਕੜਿਆਂ ਦੇ ਬਾਰੇ ਜਿਸ ਤਰ੍ਹਾਂ ਨਵਜੀਤ ਜੀ ਸਹੀ ਕਹਿ ਰਹੇ ਹੈ ਕਿ ਉੱਪਰ ਨੀਚੇ ਹੋ ਸਕਦੇ। ਇਹ ਜਿਹੜੀ ਜਾਣਕਾਰੀ ਹੈ ਸਰਕਾਰੀ 1 ਮਈ ਤੱਕ ਦੀ ਹੈ, ਤਾਂ ਇਹਦੇ ਉੱਪਰ ਨੀਚੇ ਜੋ ਆંકੜੇ ਆ ਉਹ ਡੈਫੀਨੇਟਲੀ ਡਿਫਰ ਕਰ ਸਕਦੇ ਆ।
ਤੇ ਗੋਰਕੀ ਬਖਸ਼ੀ ਜੀ, ਇਹ ਵੀ ਦੱਸੋ ਕਿ ਸਾਊਥ ਦਿੱਲੀ ਦੇ ਵਿੱਚ ਜੋ ਸਿਹਤ ਵਿਭਾਗ ਦੇ ਕਰਮਚਾਰੀ ਨੇ ਉਹ ਸਭ ਤੋਂ ਵੱਧ ਕਰੋਨਾ ਪੀੜਿਤ ਦੱਸੇ ਜਾ ਰਹੇ ਨੇ, ਤੇ ਇਹਦੇ ਵਿੱਚ ਕਿੰਨੀ ਕੁ ਸੱਚਾਈ ਹੈ? ਇਹਦੇ ਬਾਰੇ ਥੋੜੀ ਜੀ ਜਾਣਕਾਰੀ ਦਰਸ਼ਕਾਂ ਜੀ ਦੇ ਨਾਲ ਬਿਲਕੁਲ। ਜਰੂਰ ਸਾਂਝੀ ਕਰੋ ਜੀ। ਦਰਅਸਲ ਹੈਲਥ ਵਰਕਰਸ ਜੋ ਹੈ, ਕਿਉਂਕਿ ਉਹ ਫਰੰਟ ਤੇ ਕੰਮ ਕਰ ਰਹੇ ਨੇ, ਸਾਰੇ ਜਾਣਦੇ ਨੇ ਕਿ ਇਸ ਟਾਈਮ ਸੈਨਿਕਾਂ ਦਾ ਤੇ ਡਾਕਟਰਾਂ ਦਾ ਦਰਜਾ ਇੱਕ ਸਮਾਨ ਹੈ। ਤੇ ਡਾਕਟਰਸ ਖਾਲੀ ਸਾਊਥ ਦਿੱਲੀ ਹੀ ਨਹੀਂ, ਪੂਰੀ ਦਿੱਲੀ ਦੇ ਵਿੱਚ ਪ੍ਰਭਾਵਿਤ ਹੋ ਰਹੇ ਨੇ। ਕੁਝ ਚੀਜ਼ਾਂ ਦੀ ਕਮੀ ਦੀ ਵਜ੍ਹਾ ਨਾਲ, ਤੇ ਕੁਝ ਚੀਜ਼ਾਂ ਹੋ ਸਕਦਾ ਹੈ, ਇਹ 'ਚ ਪੋਸੀਬਿਲਿਟੀ ਹੈ ਕਿ ਕੁਝ ਚੀਜ਼ਾਂ ਦੇ ਵਿੱਚ ਕਹਿ ਸਕਦੇ ਹੋ ਕਿ ਤੁਹਾਨੂੰ ਪ੍ਰੋਪਰ ਗਾਈਡਲਾਈਨਸ ਫੋਲੋ ਨਹੀਂ ਕਰ ਸਕਣ ਦੇ ਨਾਲ ਵੀ ਇਸ ਤਰ੍ਹਾਂ ਦੀ ਪ੍ਰੋਬਲਮ ਹੋ ਸਕਦੀ ਹੈ। ਤੇ ਟੋਟਲ ਜੋ ਹੁਣ ਤੱਕ ਦਿੱਲੀ ਦੇ ਹੈਲਥ ਵਰਕਰਸ ਪ੍ਰਭਾਵਿਤ ਹੋਏ ਆ, ਕੋਰੋਨਾ ਪੋਜ਼ਿਟਿਵ ਪਾਏ ਗਏ, ਉਹਨਾਂ ਦੀ ਸੰਖਿਆ 168 ਹੈ। ਇਹਦੇ ਵਿੱਚ ਡਾਕਟਰਸ, ਨਰਸਿਸ ਔਰ ਦੂਸਰਾ ਜੋ ਹੈਲਥ ਸਟਾਫ ਹੈ ਉਹ ਵੀ ਸ਼ਾਮਿਲ ਹੈ। ਇਹ ਸਾਰੇ ਜਿੰਨੇ ਵੀ ਲੋਕ ਨੇ, ਇਹ ਸਾਰੇ ਹੀ ਬੜੇ ਹਸਪੀਟਲਾਂ ਜੋ ਕਿ COVID-19 ਦੇ ਲਈ ਕੰਮ ਕਰ ਰਹੇ ਆ, ਉਹਨਾਂ ਦੇ ਡਾਕਟਰਸ ਨੇ। ਦਿੱਲੀ ਦੇ ਵਿੱਚ 3 ਬੜੇ ਹਸਪੀਟਲ ਨੇ ਜਿਨ੍ਹਾਂ ਦੇ ਵਿੱਚ ਸਭ ਤੋਂ ਜ਼ਿਆਦਾ ਡਾਕਟਰ ਔਰ ਹੈਲਥ ਸਟਾਫ ਪੋਜ਼ਿਟਿਵ ਪਾਇਆ ਗਿਆ। ਇਹਦੇ ਚ ਬਾਬੂ ਜਗਜੀਵਨ ਰਾਮ ਹਸਪੀਟਲ, ਅੰਬੇਡਕਰ ਹਸਪੀਟਲ ਔਰ ਮੈਕਸ ਹਸਪੀਟਲ ਸ਼ਾਮਿਲ ਹੈ। ਅਗਰ ਮੈਂ ਸਪੈਸੀਫਿਕਲੀ ਗੱਲ ਕਰਾਂ ਕਿ ਕਿਹੜੇ ਹਸਪੀਟਲਸ ਕਿੰਨੇ ਹੋਏ ਪੋਜ਼ਿਟਿਵ ਡਾਕਟਰਾਂ ਦੀ ਗਿਣਤੀ, ਬਾਬੂ ਜਗਜੀਵਨ ਰਾਮ ਹਸਪੀਟਲ ਚ 80 ਡਾਕਟਰ, अंबेडकर हॉस्पिटल 55 और मैक्स हॉस्पिटल करीब 35 हेल्थ वर्कर जो है पॉजिटिव पाए जा चुके हैं। इस तो अलावा जो दूसरे बड़े मेजर हॉस्पिटल्स ने जिन्हां दे विच सप्लाई चेन भी शामिल है, जो किट्स आ रही हैं जा रही हैं उधरों, तो उन्होंने हॉस्पिटल दे सफदरजंग हॉस्पिटल, एम्स जैसे हॉस्पिटल शामिल है। तो उधर करीब सफदरजंग हॉस्पिटल च 13 लोग हेल्थ पॉजिटिव पाए गए, जिहदे विच 10 डॉक्टर्स ने। इस तो अलावा एम्स जो है ऑल इंडिया मेडिकल साइंसेस, उहदे विच 20 लोग पॉजिटिव पाए गए हैं कोरोना पॉजिटिव, जिहदे विचों एक रेजिडेंट डॉक्टर है। इस तो अलावा करीब 500 तो ज्यादा जो हेल्थ वर्कर है, स्टाफ है हॉस्पिटल्स और नर्सिंग होम्स का, उन्होंने क्वारंटाइन किया गया है। तो इस तरह एक काफी बड़ा आंकड़ा है जो हेल्थ वर्कर्स लिए भी चैलेंज बनया हुआ है। हालांकि दिल्ली सरकार ने जो दिल्ली सरकार दे अंडर हॉस्पिटल्स विच काम कर रहे डॉक्टर, उन्हां दे रहने और खाने ਲਈ अलग प्रबंध किया होया है। ਉਹ ਆਪਣੇ ਘਰ ਨਹੀਂ ਰਹੇ ਤਾਂ ਉਹਨਾਂ ਨੂੰ ਦਿੱਲੀ ਦੇ ਕੁਝ ਜੋ 5 ਸਟਾਰ ਹੋਟਲਸ ਹੈ, ਉਹਨਾਂ ਨੂੰ ਉਹਨਾਂ ਦੀ ਰੈਜ਼ੀਡੈਂਸ਼ੀਅਲ ਕੰਪਲੈਕਸ ਦੇ ਵਿੱਚ ਤਬਦੀਲ ਕੀਤਾ ਗਿਆ ਹੈ, ਜਿਸ ਵਿੱਚ ਉਹ ਜਾ ਕੇ ਆਪਣਾ ਹਸਪੀਟਲ ਤੋਂ ਬਾਅਦ ਜਾਂਦੇ ਆ, ਆਪਣਾ ਰਹਿੰਦੇ ਆ ਤੇ ਆਪਣਾ ਨੈਕਸਟ ਡੇ ਡਿਊਟੀ ਤੇ ਵਾਪਸ ਆ ਜਾਂਦੇ ਆ। इनने सारा सब कुछ फैसिलिटीज और सरकारी एफर्ट्स के बावजूद भी काफी संख्या डॉक्टरां दी पॉजिटिव पाई जा रही है। तो मेरा ख्याल है इस विच सानू देखने की जरूरत है कि कितने कमियां रह जांदियां तो उन्हां नू पूरा करना चाहिए। ਤੇ ਜਿੱਦਾਂ ਸਾਰਿਆਂ ਨੂੰ ਪਤਾ ਹੈ ਕਿ ਜੋ ਸਿਹਤ ਵਿਭਾਗ ਦੇ ਕਰਮਚਾਰੀ ਜਾਂ ਫਿਰ ਪੰਜਾਬ ਪੁਲਿਸ ਦੇ ਕਰਮਚਾਰੀ ਜਾਂ ਪੂਰੀ ਦੇਸ਼ ਦੀ ਪੁਲਿਸ ਦੇ ਕਰਮਚਾਰੀ, ਉਹ ਹਰ ਇਲਾਕੇ ਦੇ ਵਿੱਚ ਹਰ ਜਗ੍ਹਾ ਦੇ ਉੱਪਰ ਪਹਿਲਾਂ ਅੱਗੇ ਆ ਕੇ ਤੇ ਲੋਕਾਂ ਨੂੰ ਜਾਗਰੂਕ ਕਰਨ ਲਈ, ਲੋਕਾਂ ਦੀ ਦੇਖਭਾਲ ਲਈ ਅੱਗੇ ਆ ਰਹੇ ਨੇ, ਤੇ ਸਾਨੂੰ ਉਹਨਾਂ ਦਾ ਸਾਥ ਜੋ ਹੈ ਉਹ ਭਰਪੂਰ ਦੇਣਾ ਚਾਹੀਦਾ ਹੈ ਜੀ। ਤੇ ਨਵਜੀਤ ਜੀ, ਮੈਂ ਹੁਣ ਤੁਹਾਨੂੰ ਪੁੱਛਣਾ ਚਾਹਾਂਗਾ ਕਿ ਜਿੱਦਾਂ ਹੁਣ ਕੇਂਦਰ ਸਰਕਾਰ ਨੇ 3 ਜ਼ੋਨ ਬਣਾਏ ਨੇ, ਇੱਕ ਔਰੇਂਜ, ਰੈੱਡ ਐਂਡ ਗ੍ਰੀਨ ਜ਼ੋਨ, ਤੇ ਇਹਨਾਂ ਤਿੰਨਾਂ ਜ਼ੋਨ ਦਾ ਕੀ ਮਹੱਤਵ ਹੈ ਅਤੇ ਇਹਨਾਂ ਵਿੱਚ ਕੀ ਛੋਟ ਦਿੱਤੀ ਗਈ ਹੈ, ਇਹਦੇ ਬਾਰੇ ਤੁਸੀਂ ਜਾਣਕਾਰੀ ਦੱਸੋ ਜੀ। ਜੀ ਅਰਸ਼ ਦੀ, ਕੇਂਦਰ ਸਰਕਾਰ ਵੱਲੋਂ ਜਿਹੜਾ ਕਰੋਨਾ ਸੰਕਰਮਣ ਹੈ, ਜਿਹੜਾ ਇਹਨੂੰ ਫੈਲਣ ਤੋਂ ਰੋਕਣ ਦੇ ਲਈ ਦੇਸ਼ ਨੂੰ ਵੱਖ-ਵੱਖ ਜ਼ੋਨਾਂ ਦੇ ਵਿੱਚ ਵੰਡਿਆ ਗਿਆ ਤਾਂ ਕਿ ਕਰੋਨਾ ਵਾਇਰਸ ਹੋਰ ਅੱਗੇ ਨਾ ਫੈਲ ਸਕੇ। ਇਸ ਦੇ ਵਿੱਚ ਇਹਨਾਂ ਨੇ 3 ਜਿਹੜੇ ਜ਼ੋਨ ਬਣਾਏ ਆ, ਉਹ ਪਹਿਲਾ ਹੈਗਾ ਆ ਰੈੱਡ, ਫਿਰ ਔਰੇਂਜ, ਫਿਰ ਗ੍ਰੀਨ ਜ਼ੋਨ। ਰੈੱਡ ਔਰੇਂਜ ਉਹ ਜ਼ੋਨ ਹੈ ਜਿੱਥੇ ਸਭ ਤੋਂ ਜ਼ਿਆਦਾ ਪ੍ਰਭਾਵਿਤ ਇਲਾਕੇ ਨੇ ਅਤੇ ਉੱਥੇ ਬਹੁਤ ਘੱਟ ਛੋਟਾਂ ਦਿੱਤੀਆਂ ਜਾਣਗੀਆਂ। ਜੇ ਛੋਟਾਂ ਦਿੱਤੀਆਂ ਜਾਣਗੀਆਂ ਤਾਂ ਬਹੁਤ ਹੀ ਜ਼ਿਆਦਾ ਸਖਤ ਸ਼ਰਤਾਂ ਦੇ ਨਾਲ ਦਿੱਤੀਆਂ ਜਾਣਗੀਆਂ। ਦੂਜੇ ਨੰਬਰ ਤੇ ਜਿਹੜਾ ਜ਼ੋਨ ਆ ਉਹ ਹੈਗਾ ਔਰੇਂਜ ਜ਼ੋਨ। ਔਰੇਂਜ ਜ਼ੋਨ ਦੇ ਵਿੱਚ ਵੀ ਸਰਕਾਰ ਜਿਹੜੀਆਂ ਸਹੂਲਤਾਂ ਦਊਗੀ, ਪਰ ਉੱਥੇ ਜਿਹੜੀਆਂ ਛੋਟ ਹੋਗੀਆਂ ਦਿੱਤੀਆਂ ਜਾਣ ਵਾਲੀਆਂ ਉਹ ਥੋੜੀਆਂ ਘੱਟ ਹੋਊਗੀਆਂ। ਤੇ ਇਸੇ ਤਰ੍ਹਾਂ ਜਿਹੜਾ ਤੀਜਾ ਜ਼ੋਨ ਆ ਉਹ ਹੈ ਗ੍ਰੀਨ ਜ਼ੋਨ। ਇਹਦੇ ਵਿੱਚ ਸਰਕਾਰ ਜਿਹੜੀ ਆ ਕੋਸ਼ਿਸ਼ ਕਰ ਰਹੀ ਹੈ ਕਿ ਵੱਧ ਤੋਂ ਵੱਧ ਰਿਆਇਤਾਂ ਦਿੱਤੀਆਂ ਜਾਣ ਜਿਸ ਜਗ੍ਹਾ ਤੇ ਉੱਪਰ ਮਰੀਜ਼ ਨਹੀਂ ਗਏ। ਸਭ ਤੋਂ ਪਹਿਲਾਂ ਮੈਂ ਰੈੱਡ ਜ਼ੋਨ ਜਿਹੜਾ ਆ ਪੰਜਾਬ ਦੀ ਗੱਲ ਕਰਾਂ ਤਾਂ ਉਹਦੇ ਵਿੱਚ ਦੱਸਣਾ ਚਾਹਾਂਗਾ ਕਿ ਜਲੰਧਰ, ਪਟਿਆਲਾ ਤੇ ਲੁਧਿਆਣਾ, ਇਹ ਮੌਜੂਦਾ ਸਮੇਂ ਤੱਕ ਜਦੋਂ ਆਪਾਂ ਗੱਲ ਕਰ ਰਹੇ ਹਾਂ ਤੇ ਇਹਦੇ ਵਿੱਚ 3 ਜਿਹੜੇ
ਜ਼ਿਲ੍ਹੇ ਆ ਪੰਜਾਬ ਦੇ ਜਲੰਧਰ, ਪਟਿਆਲਾ ਅਤੇ ਲੁਧਿਆਣਾ, ਇਹਨਾਂ ਨੂੰ ਰੈੱਡ ਜ਼ੋਨ ਦੇ ਵਿੱਚ ਵੰਡਿਆ ਗਿਆ ਆ। ਔਰੇਂਜ ਜ਼ੋਨ ਵਿੱਚ ਮੁਹਾਲੀ, ਪਠਾਨਕੋਟ, ਮਾਨਸਾ, ਤਰਨਤਾਰਨ, ਅੰਮ੍ਰਿਤਸਰ ਤੇ ਕਪੂਰਥਲਾ, ਹੁਸ਼ਿਆਰਪੁਰ, ਫਰੀਦਕੋਟ, ਸੰਗਰੂਰ, ਨਵਾਂਸ਼ਹਿਰ ਤੇ ਫਿਰੋਜ਼ਪੁਰ। ਇਸ ਤੋਂ ਇਲਾਵਾ ਮੁਕਤਸਰ, ਮੋਗਾ, ਗੁਰਦਾਸਪੁਰ ਤੇ ਬਰਨਾਲਾ, ਇਹ ਜਿਹੜੇ ਜ਼ਿਲ੍ਹੇ ਆ ਇਹ ਔਰੇਂਜ ਜ਼ੋਨ ਵਿੱਚ ਨੇ। ਤੇ ਗ੍ਰੀਨ ਜ਼ੋਨ ਜਿੱਥੇ ਜਿਹੜੇ ਕਰੋਨਾ ਦੇ ਨਾਲ ਪੀੜਤ ਮਰੀਜ਼ ਆ ਉਹਨਾਂ ਦੀ ਗਿਣਤੀ ਨਾ ਮਾਤਰ ਦੇ ਬਰਾਬਰ ਹੈ, ਉਹ ਹੈਗੇ ਆ ਰੋਪੜ, ਫਤਿਹਗੜ੍ਹ ਸਾਹਿਬ, ਬਠਿੰਡਾ ਤੇ ਫਾਜ਼ਿਲਕਾ। ਅਸੀਂ ਮੈਂ ਦੱਸਣਾ ਚਾਹੁੰਦਾ ਹਾਂ ਕਿ ਰੈੱਡ ਜ਼ੋਨ ਦਾ ਇਲਾਕਾ ਜਿਹੜਾ ਸਭ ਤੋਂ ਖਤਰਨਾਕ ਇਲਾਕਾ ਹੈ, ਜਿਹਦੇ ਵਿੱਚ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਤੇ ਅੰਮ੍ਰਿਤਸਰ ਦੇ ਵਿੱਚ ਵੀ ਬਹੁਤ ਜ਼ਿਆਦਾ ਜਿਹੜੇ ਕੇਸ ਹੈ ਸਾਹਮਣੇ ਆਏ ਆ। ਇਕੱਠੇ 60 ਤੋਂ ਵੱਧ ਕੇਸ ਸਾਹਮਣੇ ਆਉਣ ਤੋਂ ਬਾਅਦ ਸਿਹਤ ਵਿਭਾਗ ਦੇ ਵਿੱਚ ਹਾਹਾਕਾਰ ਮਚੀ ਹੋਈ ਹੈ। ਹੁਸ਼ਿਆਰਪੁਰ ਵਿੱਚ ਵੀ 30 ਤੋਂ ਵੱਧ ਨਵੇਂ ਕੇਸ ਆ ਚੁੱਕੇ ਨੇ। ਤੇ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਸਾਡੇ ਗੱਲ ਕਰਨ ਤੋਂ ਬਾਅਦ ਜਾਂ ਸ਼ਾਮ ਤੱਕ ਸਰਕਾਰ ਇੱਕ ਵਾਰ ਫਿਰ ਤੋਂ ਇਹਨਾਂ ਇਲਾਕਿਆਂ ਨੂੰ ਰੈੱਡ ਜ਼ੋਨ ਵਿੱਚ ਪਾ ਦੇਵੇਗੀ। ਤੇ ਨਵਜੀਤ ਜੀ, ਇਸ ਦੇ ਨਾਲ ਤੁਸੀਂ ਸਹੂਲਤਾਂ ਵੀ ਦੱਸੋ ਕਿ ਇਹਨਾਂ ਜ਼ੋਨ ਦੇ ਵਿੱਚ ਕਿਹੜੀਆਂ-ਕਿਹੜੀਆਂ ਸਹੂਲਤਾਂ ਨੇ ਜੋ ਗਵਰਨਮੈਂਟ ਦੇ ਰਹੀ ਹੈ ਲੋਕਾਂ ਨੂੰ। ਜੀ ਅਰਸ਼ ਜੀ, ਜੇਕਰ ਸਭ ਤੋਂ ਪਹਿਲਾਂ ਰੈੱਡ ਜ਼ੋਨ ਦੀ ਗੱਲ ਕੀਤੀ ਜਾਵੇ ਤਾਂ ਰੈੱਡ ਜ਼ੋਨ ਦੇ ਵਿੱਚ ਦਿਹਾਤੀ ਖੇਤਰਾਂ ਵਿੱਚ ਉਦਯੋਗਿਕ ਅਤੇ ਕੰਸਟਰਕਸ਼ਨ ਗਤੀਵਿਧੀਆਂ ਦਾ ਕੰਮ ਜਿਹੜਾ ਆ ਉਹ ਚੱਲਦਾ ਰਹੂਗਾ। ਮਨਰੇਗਾ ਦੇ ਕਾਰਜ ਜਿਹੜੇ ਆ ਪਿੰਡਾਂ ਦੇ ਵਿੱਚ ਚੱਲਦੇ ਆ ਉਹ ਚੱਲਣਗੇ। ਫੂਡ ਪ੍ਰੋਸੈਸਿੰਗ ਯੂਨਿਟ ਅਤੇ ਇੱਟਾਂ ਦੇ ਭੱਠੇ ਜਿਹੜੇ ਆ ਉਹ ਚੱਲਣਗੇ। ਔਰੇਂਜ ਜ਼ੋਨ ਵਿੱਚ ਜੇਕਰ ਗੱਲ ਕੀਤੀ ਜਾਵੇ, ਟੈਕਸੀਆਂ ਅਤੇ ਕੈਬ ਜਿਹੜੇ ਆ ਇਹਨਾਂ ਨੂੰ ਚਲਾਉਣ ਦੀ ਜਿਹੜੀ ਆ ਛੋਟ ਦਿੱਤੀ ਗਈ ਆ। ਪਰ ਇਹਦੇ ਵਿੱਚ ਇੱਕ ਧਿਆਨ ਜਿਹੜਾ ਰੱਖਣ ਨੂੰ ਸਰਕਾਰ ਨੇ ਸਾਫ਼-ਸਾਫ਼ ਕਿਹਾ ਕਿ ਸਿਰਫ ਇੱਕ ਡਰਾਈਵਰ ਹੋਊਗਾ ਤੇ 2 ਸਵਾਰੀਆਂ ਜਿਹੜੀਆਂ ਪਿੱਛੇ ਬੈਠ ਸਕਦੀਆਂ। ਇਹ ਸਿਰਫ ਔਰੇਂਜ ਜ਼ੋਨ ਦੀ ਗੱਲ ਕਰ ਰਿਹਾ ਤੇ ਇਸ ਤੋਂ 2 ਸਵਾਰੀਆਂ ਜਿਹੜੀਆਂ ਹੋਊਗੀਆਂ ਉਹ ਕਿਸੇ ਵੀ ਤਰ੍ਹਾਂ ਦਾ ਮੁਸਾਫਰ ਹੋ ਸਕਦਾ। ਇਸ ਤੋਂ ਇਲਾਵਾ ਵਿਅਕਤੀ ਅਤੇ ਜਿਹੜੇ ਵਾਹਨ ਆ ਅੰਤਰ ਜ਼ਿਲ੍ਹਾ ਆਵਾਜਾਈ ਨੂੰ ਕੇਵਲ ਕੁਝ ਗਤੀਵਿਧੀਆਂ ਲਈ ਆਗਿਆ ਦਿੱਤੀ ਗਈ ਹੈ। ਮਤਲਬ ਕਿ ਸ਼ਹਿਰ ਜ਼ਿਲ੍ਹੇ ਤੋਂ ਜ਼ਿਲ੍ਹੇ ਦੇ ਵਿੱਚ ਹੀ ਜਾਣ ਦੀ ਜਿਹੜੀ ਆਗਿਆ ਦਿੱਤੀ ਗਈ ਹੈ। 4 ਪਹੀਆ ਵਾਹਨ ਜਿਹੜੇ ਆ ਉਹਨਾਂ ਨੂੰ ਚਲਾਉਣ ਦੀ ਆਗਿਆ ਦਿੱਤੀ ਗਈ ਹੈ। ਇਹਦੇ ਵਿੱਚ ਵੀ ਇੱਕ ਡਰਾਈਵਰ ਤੇ 2 ਜਿਹੜੇ ਯਾਤਰੀ ਹੋਣਗੇ। ਹੁਣ ਜੇਕਰ ਗ੍ਰੀਨ ਜ਼ੋਨ ਦੀ ਗੱਲ ਕੀਤੀ ਜਾਵੇ ਤਾਂ ਗ੍ਰੀਨ ਜ਼ੋਨ ਦੇ ਵਿੱਚ 50% ਦੀ ਸਵਾਰੀ ਦੇ ਨਾਲ ਬੱਸਾਂ ਚੱਲਣਗੀਆਂ। ਇੱਥੇ ਇੱਕ ਗੱਲ ਹੋਰ ਧਿਆਨ ਰੱਖਣ ਵਾਲੀ ਹੈ ਕਿ ਇਹ ਬੱਸਾਂ ਜਿਹੜੀਆਂ ਨੇ ਸਰਕਾਰੀ ਹੋਣਗੀਆਂ ਜਾਂ ਫਿਰ ਨਿੱਜੀ ਬੱਸਾਂ ਹੋਣਗੀਆਂ ਜਾਂ ਫਿਰ ਇੱਥੇ ਜਿਹੜੇ ਸਰਕਾਰ ਵੱਲੋਂ ਲੋਕਾਂ ਨੂੰ ਇੱਧਰੋਂ ਉੱਧਰੋਂ ਲਿਆਉਣ ਦੇ ਲਈ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਫਸੇ ਹੋਏ ਆ ਉਹ ਹੋਣਗੇ। ਇਹ ਗੱਲ ਅਜੇ ਸਾਫ਼ ਤੌਰ ਤੇ ਸਪਸ਼ਟ ਨਹੀਂ ਕੀਤੀ ਗਈ। ਹਾਲਾਂਕਿ 50% ਸਵਾਰੀਆਂ ਦੇ ਨਾਲ ਬੱਸਾਂ ਚਲਾਉਣ ਦੀ ਗੱਲ ਕਹੀ ਗਈ ਹੈ। ਬੱਸ ਡਿਪੂ ਵਿੱਚ 50% ਕਰਮਚਾਰੀ ਜਿਹੜੇ ਮੌਜੂਦ ਰਹਿਣਗੇ। ਮਤਲਬ ਕਿ ਸਰਕਾਰੀ ਬੱਸ ਡਿਪੂ ਜਿੱਦਾਂ ਪੰਜਾਬ ਰੋਡਵੇਜ਼ ਦੀ ਗੱਲ ਕਰ ਲਈ ਜਾਂ PRTC ਦੀ ਗੱਲ ਕਰ ਲਈਏ, ਉੱਥੇ 50% ਜਿਹੜੇ ਆ ਕਰਮਚਾਰੀ ਰਹਿਣਗੇ। ਸ਼ਾਮ 7 ਵਜੇ ਤੋਂ ਲੈ ਕੇ ਸਵੇਰੇ 7 ਵਜੇ ਤੱਕ ਜਿਹੜੀ ਆ ਆਵਾਜਾਈ ਆ ਇਹ ਰਹੂਗੀ। ਕੁਝ ਕੁ ਜਗ੍ਹਾ ਦੇ ਉੱਪਰ ਨਾਈ ਦੀਆਂ ਦੁਕਾਨਾਂ, ਸਲੂਨ ਅਤੇ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਜਿਹੜੀਆਂ ਖੁੱਲਣਗੀਆਂ। ਇਹ ਮੈਂ ਅਸਲੀ ਫਿਰ ਦੱਸਵਾਂ ਕਿ ਗ੍ਰੀਨ ਜ਼ੋਨ ਦੀ ਗੱਲ ਕਰ ਰਹਾ। ਰੈੱਡ ਜ਼ੋਨ ਦੇ ਵਿੱਚ ਕਿਸੇ ਵੀ ਤਰ੍ਹਾਂ ਸਲੂਨ ਦੀਆਂ ਦੁਕਾਨਾਂ, ਨਾਈ ਦੀਆਂ ਦੁਕਾਨਾਂ ਜਿਹੜੀਆਂ ਆ ਉਹ ਨਹੀਂ ਖੁੱਲਣਗੀਆਂ। ਗ੍ਰੀਨ ਜ਼ੋਨ ਵਿੱਚ ਈ-ਕਮਰਸ ਨੂੰ ਛੋਟ ਦਿੱਤੀ ਜਾਊਗੀ ਕੁਝ ਕੰਪਨੀਆਂ ਨੂੰ, ਜਾਂ ਫਿਰ ਆਨਲਾਈਨ ਡਿਲੀਵਰੀ ਹੋ ਰਹੀ ਹੈ। ਬਿਲਕੁਲ ਜ਼ਰੂਰੀ ਵਸਤੂਆਂ ਜਿਹੜੀਆਂ ਆ ਉਹਨਾਂ ਦੀ ਡਿਲੀਵਰੀ ਏਦਾਂ ਹੀ ਚੱਲਦੀ ਰਹੂਗੀ। ਜੇਕਰ ਸੌਖੇ ਤਰੀਕੇ ਨਾਲ ਮੈਂ ਦੱਸਾਂ ਤਾਂ 4 ਪਹੀਆ ਵਾਹਨ ਜਿਹੜੇ ਆ ਇਹਨਾਂ ਨੂੰ ਚਲਾਉਣ ਦੀ ਆਗਿਆ ਦੇ ਦਿੱਤੀ ਗਈ ਹੈ ਗ੍ਰੀਨ ਜ਼ੋਨ, ਔਰੇਂਜ ਜ਼ੋਨ, ਰੈੱਡ ਜ਼ੋਨ ਵਿੱਚ ਵੀ। ਪਰ ਇਹਦੇ ਵਿੱਚ ਇੱਕ ਡਰਾਈਵਰ ਤੇ 2 ਸਵਾਰੀਆਂ ਹੀ ਜਾ ਸਕਣਗੀਆਂ। ਬਹੁਤ ਸਾਰੇ ਲੋਕਾਂ ਦੇ ਦਿਮਾਗ ਦੇ ਵਿੱਚ ਜਿਹੜੀ ਇਹ ਗੱਲ ਦੁਚਿੱਤੀ ਪੈਦਾ ਕਰ ਰਹੀ ਹੈ ਕਿ ਆਵਾਜਾਈ ਨੂੰ ਖੋਲ੍ਹ ਦਿੱਤਾ ਗਿਆ। ਅਰਸ਼ ਜੀ, ਆਵਾਜਾਈ ਨੂੰ ਅਜੇ ਤੱਕ ਪੂਰਾ ਨਹੀਂ ਖੋਲ੍ਹਿਆ ਗਿਆ। ਇਸ ਚੀਜ਼ ਨੂੰ ਖਾਸ ਤੌਰ ਤੇ ਧਿਆਨ ਰੱਖਿਆ ਜਾਵੇ। ਜੀ ਜੋ ਸਰਕਾਰ ਨੇ ਫੈਸਲੇ ਲਏ ਨੇ ਉਹ ਬਹੁਤ ਹੀ ਸੋਚ ਸਮਝ ਕੇ ਲਏ ਨੇ। ਜੋ ਮੈਂ ਸੁਣਿਆ ਕਿ ਬਾਜ਼ਾਰ ਜੋ ਖੁੱਲ੍ਹ ਰਹੇ ਨੇ ਉਹ ਵੀ ਕਿਸੇ ਜ਼ੋਨ ਦੇ ਵਿੱਚ 7 ਤੋਂ 11 ਵਜੇ ਤੱਕ ਬਾਜ਼ਾਰ ਖੁੱਲ੍ਹੂਗੇ ਅਤੇ ਕੁਛ ਹੀ ਦੁਕਾਨਾਂ ਹੋਣਗੀਆਂ ਜਿਹੜੀਆਂ ਅਲਾਊਡ ਹੋਣਗੀਆਂ ਉਸ ਟਾਈਮ ਦੇ ਵਿੱਚ ਓਪਨ ਹੋਣ ਲਈ। ਅਤੇ ਜਿੱਦਾਂ ਤੁਸੀਂ ਜਾਣਕਾਰੀ ਦਿੱਤੀ ਸਾਰੀ, ਉਹ ਬਹੁਤ ਹੀ ਲਾਹੇਵੰਦ ਹੋਏਗੀ ਲੋਕਾਂ ਲਈ, ਮੈਂ ਸਮਝਦਾ। ਅੱਜ ਮੈਂ ਇੱਥੇ ਇੱਕ ਗੱਲ ਹੋਰ ਐਡ ਕਰਨੀ ਚਾਹੁੰਦਾ ਕਿ ਸਰਕਾਰ ਨੇ ਇਸ ਦੇ ਨਾਲ ਹੀ ਸੋਸ਼ਲ ਡਿਸਟੈਂਸਿੰਗ ਦਾ ਖਾਸ ਧਿਆਨ ਰੱਖਣ ਦੀ ਗੱਲ ਜਿਹੜੀ ਕਹੀ ਹੈ, ਇਸ ਨੂੰ ਸਖਤੀ ਨਾਲ ਲਾਗੂ ਕਰਨ ਦੀ ਗੱਲ ਵੀ ਕਹੀ ਹੈ ਜ਼ਿਲ੍ਹੇ ਦੇ ਅਧਿਕਾਰੀਆਂ ਨੂੰ, ਉੱਚ ਅਧਿਕਾਰੀਆਂ ਨੂੰ। ਜੀ ਬਿਲਕੁਲ ਜੀ। ਅਤੇ ਗੋਰਖੀ ਬਖਸ਼ੀ ਜੀ, ਮੈਂ ਤੁਹਾਨੂੰ ਪੁੱਛਣਾ ਚਾਹਾਂਗਾ ਕਿ ਜੋ ਅਰਵਿੰਦ ਕੇਜਰੀਵਾਲ ਨੇ CM ਆਫ ਦਿੱਲੀ, ਉਹ ਕਹਿ ਰਹੇ ਨੇ ਕਿ ਜੋ ਪਲਾਜ਼ਮਾ ਥੈਰੇਪੀ ਹੈ ਉਹਦੇ ਨਾਲ ਕੁਛ ਨਾ ਕੁਛ ਪੋਜ਼ੀਟਿਵ ਰਿਜ਼ਲਟ ਆ ਰਹੇ ਨੇ, ਪਰ ਕੇਂਦਰ ਸਰਕਾਰ ਹੈ ਜੋ ਉਹ ਇਸ ਦਾ ਵਿਰੋਧ ਕਰ ਰਹੀ ਹੈ। ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ? देखो, हालांकि वर्ल्ड वाइड प्लाज्मा थेरेपी ਤੇ ਕਾਫੀ ਰਿਸਰਚ ਚੱਲ ਰਹੀ ਹੈ ਔਰ ਪਲਾਜ਼ਮਾ ਥੈਰੇਪੀ ਜੋ ਹੈ ਕੋਰੋਨਾ ਵਾਇਰਸ ਲਈ ਇਸਤੇਮਾਲ ਵੀ ਕੀਤੀ ਜਾ ਰਹੀ ਹੈ।
ਪਹਿਲੀ ਗੱਲ ਤਾਂ ਇਹ ਸਮਝਣੇ ਦੀ ਗੱਲ ਹੈ ਕਿ ਪਲਾਜ਼ਮਾ ਥੈਰੇਪੀ ਕੋਈ ਨਈ ਚੀਜ਼ ਨਹੀਂ ਹੈ ਸਾਇੰਸ ਫੀਲਡ ਦੇ ਵਿੱਚ। ਪਲਾਜ਼ਮਾ ਥੈਰੇਪੀ ਕਾਫੀ ਪੁਰਾਣੀ ਇੱਕ ਪद्धਤੀ ਹੈ ਜੋ ਕਿ ਚਰਕ ਸੰਹਿਤਾ ਦੇ ਟਾਈਮ ਵੀ ਇਸਤੇਮਾਲ ਕੀਤੀ ਜਾਂਦੀ ਸੀ। ਹਾਲਾਂਕਿ ਜੋ ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਪਲਾਜ਼ਮਾ ਥੈਰੇਪੀ ਨੂੰ ਸਹੀ ਨਹੀਂ ਮੰਨ ਰਹੇ ਜਾਂ ਉਹਦੇ ਬਾਰੇ ਕੋਈ ਡੈਫੀਨੇਟ ਰਿਜ਼ਲਟ ਹਜੇ ਅਪਰੂਵ ਨਹੀਂ ਕਰ ਰਹੇ, ਉਹ ਆਪਣੀ ਜਗ੍ਹਾ ਸਹੀ ਹੈ, ਕਿਉਂਕਿ ਪਲਾਜ਼ਮਾ ਥੈਰੇਪੀ ਨਾਲ ਕੁਝ ਨੈਗੇਟਿਵ ਰਿਜ਼ਲਟਸ ਵੀ ਆ ਸਕਦੇ ਆ। ਤੁਸੀਂ ਅਜੇ ਕੱਲ ਪਰਸੋਂ ਦੀ 2 ਦਿਨ ਦੀ ਇੱਕ ਰਿਪੋਰਟ ਹੈ, ਇੱਕ ਤਾਂ ਲਾਂਸੈਟ ਦੀ ਰਿਪੋਰਟ ਹੈ, ਇੱਕ BBC ਦੀ ਰਿਪੋਰਟ ਹੈ, ਉਹ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਨੇ डिटेल्ड ਦੱਸਿਆ है कि प्लाज्मा थेरेपी जो है अगर एक माइनर कुछ ਦਿੱਕਤ ਜਾਂ ਕੁਝ ਗਲਤੀ ਰਹਿ ਜਾਂਦੀ ਹੈ ਡਾਕਟਰ ਤੋਂ ਬਲੱਡ ਨੂੰ ਟ੍ਰਾਂਸਫਿਊਜ਼ ਕਰਨੇ ਦੇ ਵਿੱਚ, ਤਾਂ ਉਹਦੇ ਨਾਲ ਬੰਦੇ ਦੀ ਜਾਨ ਵੀ ਜਾ ਸਕਦੀ ਹੈ। ਸਿਰਫ ਬਿਮਾਰੀ ਨੂੰ ਹਟਾਣਾ ਇੱਕ ਸਿਸਟਮ ਨਹੀਂ, ਲੇਕਿਨ ਇੱਕ ਸਿਸਟਮ ਹੈ। ਬਿਮਾਰੀ ਨੂੰ ਹਟਾਣਾ ਇੱਕ ਚੀਜ਼ ਹੈ, ਲੇਕਿਨ ਇਨਸਾਨ ਦੀ ਜਾਨ ਬਚਾਣਾ ਇੱਕ ਬਹੁਤ ਬੜੀ ਚੀਜ਼ ਹੈ ਜੀ। ਇਹ ਤੁਸੀਂ ਸਮਝ ਸਕਦੇ ਹੋ ਕਿ ਇੱਕ ਆਦਮੀ ਦਾ ਬਲੱਡ ਦੂਸਰੇ ਆਦਮੀ ਦੇ ਬਲੱਡ ਦੇ ਵਿੱਚ ਟ੍ਰਾਂਸਫਰ ਕੀਤਾ ਜਾਣਾ, ਜੋ ਕਿ ਬਹੁਤ ਜਲਦਬਾਜ਼ੀ ਵਾਲੀ ਚੀਜ਼ ਨਹੀਂ ਹੈ। ਔਰ ਇੱਕ ਬਲੱਡ ਦੇ ਅੰਦਰ ਬਹੁਤ ਸਾਰੇ ਮੋਲੀਕਿਊਲਸ, ਕਈ ਹਜ਼ਾਰਾਂ ਤਰ੍ਹਾਂ ਦੀ ਚੀਜ਼ਾਂ ਹੈ ਜਿਹਨੂੰ ਇੱਕ ਆਮ ਇਨਸਾਨ ਨਹੀਂ ਸਮਝ ਸਕਦਾ, ਡਾਕਟਰ ਹੀ ਸਮਝ ਸਕਦੇ ਆ। ਤਾਂ ਇਹ ਚੀਜ਼ ਇੰਨੀ ਕਾਰਗਰ ਔਰ ਕਿੰਨੇ ਲੰਬੇ ਸਮੇਂ ਤੱਕ ਕਾਰਗਰ ਹੋ ਸਕਦੀ ਆ, ਇਹਦੇ ਬਾਰੇ ਨਹੀਂ ਕਹਿ ਸਕਦੇ, ਕਿਉਂਕਿ ਹਰ ਇਨਸਾਨ ਦਾ ਬਲੱਡ ਜਾਂ ਉਹਦੇ ਸੈਲਸ ਜੋ ਹੈ ਉਹ ਤਰ੍ਹਾਂ ਦੀ ਚੀਜ਼ਾਂ ਨਾਲ ਕਿਸ ਤਰ੍ਹਾਂ ਰਿਐਕਟ ਕਰਦੇ ਹੈ। ਅਗਰ ਮੇਰੇ ਬਲੱਡ ਨੂੰ ਕਿਸੇ ਦੂਸਰੇ ਬੰਦੇ ਦੇ ਬਲੱਡ ਦੇ ਨਾਲ ਚੇਂਜ ਕੀਤਾ ਜਾਂਦਾ ਹੈ, ਉਹਦੇ ਅੰਦਰ ਪਲਾਜ਼ਮਾ ਪਾਇਆ ਜਾਂਦਾ ਹੈ, तो क्या ਉਹਦੇ ਅੰਦਰ जो एलर्जीज है या रिएक्ट करती ਉਹਦੀ मेरी बॉडी भी ਉਹਦਾ रिएक्ट करने लगेगी? क्या मेरी बॉडी जो पॉजिटिव चीज़ां सी नैगेटिव बदल जाएंगी या मेरी नैगेटिविटी है वो मैं हुण होर स्ट्रॉन्ग कर सकांगा? ये कई सवाल ने जो हजे अनक्लीयर ने, और ये डेफिनेटली नहीं किया जा सकता कि प्लाज्मा थेरेपी इस रोग की दवा मिल गई है। ये सिर्फ एक ऑप्शन है। हालांकि दिल्ली सरकार के नतीजे तो काफी खुश है और जायज भी है खुश होना, क्योंकि मरीजों की जान बची है। दूसरा उन्होंने जल्दी छुट्टी मिली है, ICU तो बाहर आए। एक खुशी की गल है कि चलो प्लाज्मा ने कारगर रिजल्ट दिते हैं, लेकिन ये सही है कि केंद्र सरकार हजे उन्हें अप्रूव नहीं कर रही। तो मेरा ख्याल है कि हजे इस बारे नतीजे ते पहुंचना जल्दबाजी होएगा। अर्श जी जी बिल्कुल, ਤੁਸੀਂ ਬਹੁਤ ਹੀ ਵਧੀਆ ਜਾਣਕਾਰੀ ਸਾਂਝੀ ਕੀਤੀ ਕਿ ਜੋ ਬਲੱਡ ਟ੍ਰਾਂਸਫਿਊਜ਼ਨ ਹੁੰਦਾ ਹੈ ਉਹਦੇ ਵਿੱਚ ਜਿਹੜਾ ਪੇਸ਼ੈਂਟ ਕਰੋਨਾ ਵਾਇਰਸ ਦਾ ਪੋਜ਼ੀਟਿਵ ਸੀਗਾ, ਉਹਦੇ ਬੋਡੀ ਵਿੱਚ ਜਦੋਂ ਐਂਟੀਬੋਡੀਜ਼ ਬਣ ਜਾਂਦੀਆਂ ਨੇ ਅਤੇ ਫਿਰ ਉਹਨੂੰ ਜਦੋਂ ਦੂਸਰੀ ਬੋਡੀ 'ਚ ਟ੍ਰਾਂਸਫਰ ਕਰਦੇ ਹਾਂ ਅਤੇ ਫਿਰ ਕਿਤੇ ਨਾ ਕਿਤੇ ਦੂਸਰੀ ਬੋਡੀ ਵਿੱਚ ਵੀ ਸ਼ਮਤਾ ਆ ਜਾਂਦੀ ਹੈ ਕੋਵਿਡ ਦੇ ਵਾਇਰਸ ਨਾਲ ਲੜਨ ਦੀ। ਪਰ ਉਹਦੇ ਨਾਲ ਹੀ ਉਹਦੇ ਕਾਫੀ ਜੋ ਨੇ ਡਿਸਐਡਵਾਂਟੇਜ ਵੀ ਹੈਗੇ ਆ, ਅਤੇ ਜਿਨ੍ਹਾਂ ਨੂੰ ਧਿਆਨ ਵਿੱਚ ਰੱਖ ਕੇ ਜੋ ਕੇਂਦਰ ਸਰਕਾਰ ਹੈ ਉਹ ਇਹ ਫੈਸਲੇ ਅਜੇ ਨਹੀਂ ਲੈ ਰਹੀ ਜੀ। ਅਤੇ ਨਵਜੀਤ ਜੀ, ਮੈਂ ਹੁਣ ਤੁਹਾਨੂੰ ਪੁੱਛਣਾ ਚਾਹਾਂਗਾ ਕਿ ਜੋ ਆਰਥਿਕ ਸਥਿਤੀ ਹੈ ਵਿਸ਼ਵ ਦੀ, ਉਹ ਹੁਣ ਕਿਸ ਸਤਰ ਤੇ ਪਹੁੰਚ ਚੁੱਕੀ ਹੈ, ਕਿਸ ਸਥਾਨ ਤੇ ਪਹੁੰਚ ਚੁੱਕੀ ਹੈ? ਜੀ ਅਰਸ਼ ਜੀ, ਜੇਕਰ ਅਰਥ ਵਿਵਸਥਾ ਦੀ ਗੱਲ ਕੀਤੀ ਜਾਵੇ ਤਾਂ ਹੁਣ ਤੱਕ ਜਿਹੜੀ ਅਰਥ ਵਿਵਸਥਾ ਆ ਇਹ ਵੀ ਹੇਠਲੇ ਪੱਧਰ ਤੇ ਆ ਚੁੱਕੀ ਹੈ। ਜੇਕਰ ਵਿਸ਼ਵ ਪੱਧਰ ਤੇ ਗੱਲ ਕੀਤੀ ਜਾਵੇ ਤਾਂ ਅਰਥ ਵਿਵਸਥਾ ਵਿੱਚ ਨਿਘਾਰ ਦੇਖਣ ਨੂੰ ਮਿਲ ਰਿਹਾ ਹੈ। ਸਭ ਤੋਂ ਪਹਿਲਾਂ ਮੈਂ ਆਟੋ ਸੈਕਟਰ ਦੀ ਜੇਕਰ ਗੱਲ ਕਰਾਂ ਤਾਂ ਲੋਕਡਾਊਨ ਦੇ ਦੌਰਾਨ ਆਟੋ ਸੈਕਟਰ ਦਾ ਇਸ ਵਾਰ ਜਿੰਨਾ ਬੁਰਾ ਹਾਲ ਹੋਇਆ ਇੰਨਾ ਕਦੀ ਵੀ ਨਹੀਂ ਹੋਇਆ। ਜੇਕਰ ਮੈਂ ਕਾਰਾਂ ਦੀ ਵਿਕਰੀ ਦੀ ਗੱਲ ਕਰਾਂ ਤਾਂ ਤੁਹਾਨੂੰ ਜਾਣ ਕੇ ਇਹ ਇੰਨੀ ਹੈਰਾਨੀ ਹੋਵੇਗੀ ਕਿ ਇਸ ਲੋਕਡਾਊਨ ਦੇ ਦੌਰਾਨ ਮਰੂਤੀ ਕੰਪਨੀ, ਜੋ ਕਿ ਭਾਰਤ ਦੀ ਸਭ ਤੋਂ ਜ਼ਿਆਦਾ ਪ੍ਰੋਡਕਸ਼ਨ ਕਰਨ ਵਾਲੀ ਕੰਪਨੀ ਹੈ, ਇੱਕ ਵੀ ਕਾਰ ਦੀ ਵਿਕਰੀ ਨਹੀਂ ਹੋਈ। ਇਹੀ ਹਾਲ ਹੈ ਹੁੰਡਈ ਦਾ। ਹੁੰਡਈ ਦੀ ਕੋਈ ਵੀ ਕਾਰ ਜਿਹੜੀ ਆ ਨਹੀਂ ਵਿਕੀ। ਮਰੂਤੀ ਸੁਜ਼ੂਕੀ ਤੋਂ ਇਲਾਵਾ ਸਕੋਡਾ ਕੰਪਨੀ, ਜੇਕਰ ਗੱਲ ਕੀਤੀ ਜਾਵੇ ਤਾਂ ਸਕੋਡਾ ਕੰਪਨੀ ਦੀ ਵੀ ਕੋਈ ਵੀ ਕਾਰ ਨਹੀਂ ਵਿਕੀ। ਅੰਤਰਰਾਸ਼ਟਰੀ ਪੱਧਰ ਤੇ ਇਸ ਗੱਲ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਹੁੰਡਈ ਦੇ ਜਿਹੜੇ ਇੱਕ ਮੈਨੇਜਿੰਗ ਡਾਇਰੈਕਟਰ ਅਤੇ ਇੱਕ ਉੱਚ ਅਧਿਕਾਰੀ ਆ, ਉਹਨਾਂ ਨੇ ਇੱਕ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਪਿਛਲੇ 30 ਸਾਲ ਦੇ ਦੌਰਾਨ ਉਹਨਾਂ ਦੀ ਜ਼ਿੰਦਗੀ ਵਿੱਚ ਇਹ ਪਹਿਲਾ ਦਿਨ ਹੈ ਤੇ ਪਹਿਲੀ ਵਾਰ ਇਸ ਤਰ੍ਹਾਂ ਹੋਇਆ ਕਿ ਇੱਕ ਵੀ ਕਾਰ ਜਿਹੜੀ ਹੈ ਨਹੀਂ ਵਿਕੀ। ਇਸ ਗੱਲ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਅਰਥ ਵਿਵਸਥਾ ਕਿਸ ਪੱਧਰ ਵੱਲ ਜਾ ਰਹੀ ਹੈ। ਇਹ ਤਾਂ ਗੱਲ ਸੀ ਆਟੋ ਸੈਕਟਰ ਦੀ। ਆਟੋ ਸੈਕਟਰ ਤੋਂ ਇਲਾਵਾ ਜੇਕਰ ਦੇਸ਼ ਦੇ ਵਿਕਾਸ ਦੀ ਗੱਲ ਕੀਤੀ ਜਾਵੇ ਤਾਂ ਉਹ ਵੀ ਪਹੀਆ ਜਿਹੜਾ ਆ ਬਿਲਕੁਲ ਰੁਕ ਚੁੱਕਾ ਹੈ। ਭਾਰਤ ਇੱਕ ਵਿਕਾਸਸ਼ੀਲ ਦੇਸ਼ ਹੈ, ਲਗਾਤਾਰ ਉੱਪਰ ਆਉਣ ਲਈ ਸੰਘਰਸ਼ ਕਰਦਾ ਆ ਰਿਹਾ ਆ। ਇਸ ਤੋਂ ਇਲਾਵਾ ਜੇਕਰ ਅਮਰੀਕਾ ਦੀ ਗੱਲ ਕੀਤੀ ਜਾਵੇ ਤਾਂ ਸੁਪਰ ਪਾਵਰ ਦੇਸ਼ ਆ ਅਮਰੀਕਾ, ਪਰ ਕਰੋਨਾ ਦੇ ਸਾਹਮਣੇ ਕਿਸ ਤਰ੍ਹਾਂ ਗੋਡੇ ਟੇਕ ਕੇ ਬੈਠ ਗਿਆ
ਇਹ ਸਾਰੇ ਦੇਖ ਰਹੇ ਨੇ। ਇਸ ਤੋਂ ਇਲਾਵਾ ਜੇਕਰ ਮੈਂ ਇੰਗਲੈਂਡ ਦੀ ਗੱਲ ਕਰਾਂ ਤਾਂ ਇੰਗਲੈਂਡ ਕਿਸੇ ਸਮੇਂ ਸੁਪਰ ਪਾਵਰ ਹੁੰਦਾ ਸੀ। ਅਰਸ਼ ਜੀ, ਮੈਂ ਪਹਿਲਾਂ ਦੱਸਣਾ ਚਾਹੁੰਦਾ ਕਿ ਸੁਪਰ ਪਾਵਰ ਕਦੀ ਵੀ ਕਿਸੇ ਵੀ ਇੱਕ ਦੇਸ਼ ਕੋ ਨਹੀਂ ਟਿਕ ਕੇ ਰਹਿੰਦੀ, ਇਹ ਬਦਲਦੀ ਰਹਿੰਦੀ ਹੈ, ਦੂਜੇ ਦੇਸ਼ ਕੋ ਜਾਂਦੀ ਰਹਿੰਦੀ ਆ। ਹੁਣ ਜੇਕਰ ਕਿਸੇ ਸਮੇਂ ਇੰਗਲੈਂਡ ਸੁਪਰ ਪਾਵਰ ਸੀ ਤੇ ਹੁਣ ਅਮਰੀਕਾ ਆ, ਤੇ ਹੋ ਸਕਦਾ ਅਮਰੀਕਾ ਤੋਂ ਵੀ ਇਹ ਖੁੱਸ ਜਾਵੇ, ਹੋ ਸਕਦਾ ਚੀਨ ਕੋ ਆ ਜਾਵੇ, ਹੋ ਸਕਦਾ ਜਰਮਨੀ ਤੋਂ ਆ ਜਾਵੇ। ਇਹ ਪਰ ਅਰਥ ਵਿਵਸਥਾ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਆਰਥਿਕ ਤੌਰ ਤੇ ਜਿਹੜਾ ਵਿਕਾਸ ਆ ਬਹੁਤ ਧੀਮਾ ਹੋ ਚੁੱਕਾ ਆ, ਨਿਘਾਰ ਵੱਲ ਬਿਲਕੁਲ ਆ ਰਿਹਾ ਆ। ਕੰਪਨੀਆਂ ਜਿਹੜੀਆਂ ਆ ਕਾਫੀ ਹੱਦ ਤੱਕ ਬੰਦ ਹੋਈਆਂ ਆ। ਕੰਪਨੀਆਂ ਦੇ ਅਧਿਕਾਰੀਆਂ ਦੀਆਂ ਤਨਖਾਹਾਂ ਨਾ ਦੇਣ ਦੀ ਚਰਚਾ ਸਾਰੇ ਪਾਸੇ ਛਿੜੀ ਹੋਈ ਹੈ। ਬਹੁਤ ਸਾਰੀਆਂ ਕੰਪਨੀਆਂ ਨੇ ਆਪਣੇ ਮੁਲਾਜ਼ਮਾਂ ਨੂੰ ਘਰ ਬਿਠਾ ਦਿੱਤਾ ਆ। ਇੱਥੇ ਮੈਂ ਇੱਕ ਦੱਸਣਾ ਚਾਹੁੰਦਾ ਕਿ ਹਵਾਈ ਕੰਪਨੀਆਂ ਜਿਸ ਨੇ ਆਪਣੇ 55% ਤੋਂ ਵੱਧ ਜਿਹੜੇ ਆ ਕਰਮਚਾਰੀ ਆ ਉਹਨਾਂ ਨੂੰ ਛੁੱਟੀ ਤੇ ਭੇਜ ਦਿੱਤਾ ਹੈ। ਉਹਨਾਂ ਦਾ ਮਿਹਨਤਾਨਾ, ਉਹਨਾਂ ਦੀ ਮਜ਼ਦੂਰੀ ਜਿਹੜੀ ਆ ਅਜੇ ਤੱਕ ਦੇਣ ਦੀ ਗੱਲ ਨਹੀਂ ਕੀਤੀ ਜਾ ਰਹੀ, ਜਿਸ ਨੂੰ ਲੈ ਕੇ ਚਿੰਤਾ ਹੋਰ ਵੱਧਦੀ ਜਾ ਰਹੀ ਹੈ। ਜੀ ਨਵਜੀਤ ਜੀ, ਗੱਲ ਆਈ ਅਮਰੀਕਾ ਦੀ, ਤੇ ਅਮਰੀਕਾ ਵਿੱਚ ਟਰੰਪ ਦੇ ਭਾਸ਼ਣ ਵਿੱਚ ਸੁਣਿਆ ਗਿਆ ਕਿ ਟਰੰਪ ਕਹਿ ਰਹੇ ਨੇ ਕਿ ਜੋ ਕਰੋਨਾ ਵਾਇਰਸ ਹੈ ਇਹ ਚੀਨ ਦੀ ਇੱਕ ਲੈਬੋਰਟਰੀ ਵਿੱਚ ਤਿਆਰ ਹੋਇਆ ਤੇ ਉਹਨਾਂ ਕੋਲ ਇਸ ਦੇ ਸਬੂਤ ਵੀ ਨੇ। ਤੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹ ਰਹੇ ਹੋ? ਜਦੋਂ ਉਹਨਾਂ ਨੂੰ ਸਬੂਤਾਂ ਬਾਰੇ ਪੁੱਛਿਆ ਗਿਆ ਤਾਂ ਮੁੜ ਕੇ ਉਹ ਕਹਿੰਦੇ ਵੀ ਮੈਂ ਸਬੂਤ ਜੋ ਨੇ ਉਹ ਜ਼ਰੂਰ ਲੋਕਾਂ ਸਾਹਮਣੇ ਪੇਸ਼ ਕਰੂੰਗਾ। ਅਰਸ਼ ਜੀ, ਇੱਕ ਕਹਾਵਤ ਆ ਕਿ ਚੋਰਾਂ ਨੂੰ ਪੈਣ ਮੋਰ ਤੇ ਮੋਰਾਂ ਨੂੰ ਪੈਣ ਕਸਾਈ। ਮਤਲਬ ਇੱਕ ਬੁਰੇ ਨੂੰ ਦੂਜਾ ਬੁਰਾ ਆ ਟੱਕਰਦਾ ਹੈ। ਪਹਿਲਾਂ ਇਹ ਜਦੋਂ ਕਰੋਨਾ ਵਾਇਰਸ ਫੈਲਿਆ ਸੀ ਤਾਂ ਉਦੋਂ ਤੋਂ ਸ਼ੁਰੂ ਤੋਂ ਹੀ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਜਿਹੜੇ ਨੇ ਚੀਨ ਨੂੰ ਸ਼ੱਕ ਦੀ ਨਿਗਾਹ ਨਾਲ ਦੇਖ ਰਹੇ ਨੇ। ਉਹਨਾਂ ਨੇ ਕਈ ਵਾਰ ਆਪਣੇ ਭਾਸ਼ਣ ਦੇ ਵਿੱਚ ਇਹ ਗੱਲ ਸਾਫ਼-ਸਾਫ਼ ਕਹੀ ਹੈ ਕਿ ਅਮਰੀਕਾ ਇਸ ਗੱਲ ਦੀ ਪੁਸ਼ਟੀ ਵੀ ਕਰਦਾ ਹੈ, ਉਹਨਾਂ ਦੇ ਕੋਲ ਇਸ ਗੱਲ ਦੇ ਸਬੂਤ ਵੀ ਨੇ ਕਿ ਜਿਹੜਾ ਕਰੋਨਾ ਵਾਇਰਸ ਹੈ ਚੀਨ ਦੀ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਇਆ, ਚੀਨ ਦੀ ਵੁਹਾਨ ਦੇ ਲੈਬ ਦੇ ਵਿੱਚੋਂ ਸ਼ੁਰੂ ਹੋਇਆ। ਪਰ ਇਸ ਗੱਲ ਦੀ ਅਜੇ ਤੱਕ ਸਰਕਾਰੀ ਤੌਰ ਤੇ ਪੁਸ਼ਟੀ ਨਹੀਂ ਕੀਤੀ ਗਈ। ਪਰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਇਸ ਗੱਲ ਨੂੰ ਬਿਲਕੁਲ ਯਕੀਨ ਦੇ ਨਾਲ ਕਹਿ ਰਹੇ ਨੇ। ਦੇਖੋ ਅਰਜੀ, ਜਦੋਂ ਚੀਨ ਦੇ ਵਿੱਚ ਕਰੋਨਾ ਵਾਇਰਸ ਸ਼ੁਰੂ ਹੋਇਆ ਸੀ ਤਾਂ ਉੱਥੇ ਉਹਨਾਂ ਨੇ ਕਿਸ ਤਰ੍ਹਾਂ ਕਾਬੂ ਪਾਇਆ, ਇਸ ਨੂੰ ਲੈ ਕੇ ਸਾਰੇ ਦੇਸ਼ ਜਿਹੜੇ ਸੀਗੇ ਚਰਚਾ ਛਿੜ ਗਈ ਸੀਗੀ ਕਿ ਆਖਿਰ ਚੀਨ ਨੇ ਇੰਨੀ ਜਲਦੀ ਕਰੋਨਾ ਵਾਇਰਸ ਦੇ ਉੱਪਰ ਕਾਬੂ ਕਿੱਦਾਂ ਪਾ ਲਿਆ। ਹੁਣ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਇਹ ਕਹਿ ਰਹੇ ਨੇ ਕਿ ਹੋ ਸਕਦਾ ਹੈ ਕਿ ਚੀਨ ਨੇ ਇੱਕ ਸਾਜ਼ਿਸ਼ ਦੇ ਤਹਿਤ ਇਹ ਹਮਲਾ ਕੀਤਾ ਹੋਵੇ ਜਿਸ ਨਾਲ ਅਮਰੀਕਾ ਦੇ ਵਿੱਚ ਸਭ ਤੋਂ ਵੱਧ ਲੋਕਾਂ ਦੀ ਮੌਤ ਹੋਈ ਹੈ। ਹਾਲਾਂਕਿ ਅਮਰੀਕੀ ਰਾਸ਼ਟਰਪਤੀ ਇਹ ਵੀ ਕਹਿ ਰਹੇ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਦੇ ਕੋਲ ਜਿਹੜੇ ਸਬੂਤ ਨੇ ਉਹ ਪੇਸ਼ ਕਰ ਦੇਣਗੇ ਤੇ ਚੀਨ ਨੂੰ ਉਹਦੇ ਕੀਤੇ ਦੀ ਸਜ਼ਾ ਜਿਹੜੀ ਹੈ ਉਹ ਜ਼ਰੂਰ ਮਿਲੇਗੀ। ਮੈਂ ਆਪਸੇ ਦੱਸਣਾ ਚਾਹੁੰਦਾ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਸ ਗੱਲ ਦੀ ਵੀ ਪੁਸ਼ਟੀ ਕੀਤੀ ਹੈ ਕਿ ਹੁਣ ਤੱਕ ਵੀਅਤਨਾਮ ਜਿਹੜੇ ਯੁੱਧ ਹੋਇਆ ਸੀਗਾ ਉਹਦੇ ਤੋਂ ਵੱਧ ਮੌਤਾਂ ਹੁਣ ਕਰੋਨਾ ਹੋ ਚੁੱਕੀਆਂ ਨੇ। ਜੀ, ਤੇ ਗੋਰਕੀ ਬਖਸ਼ੀ ਜੀ, ਜੋ ਰਾਜਧਾਨੀ ਵਿੱਚ ਹਾਲਾਤ ਨੇ ਤੇ ਜੋ ਸਹੂਲਤਾਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਨੇ, ਲੋਕ ਕਿੰਨਾ ਕੁ ਜੋ ਸਰਕਾਰ ਦੀਆਂ ਹਦਾਇਤਾਂ ਨੇ ਉਹਨੂੰ ਫੋਲੋ ਕਰ ਰਹੇ ਨੇ ਅਤੇ ਕਿੰਨਾ ਕੁ ਜੋ ਡਰ ਹੈ ਲੋਕਾਂ ਦੇ ਵਿੱਚ ਬਣਿਆ ਹੋਇਆ ਹੈ? ਦੇਖੋ ਅਰਸ਼ ਜੀ, ਜਿੱਥੇ ਤੱਕ ਸਹੂਲਤਾਂ ਦੀ ਗੱਲ ਹੈ, ਪਹਿਲਾਂ ਸਾਨੂੰ ਇਹ ਜਾਣ ਲੈਣਾ ਜ਼ਰੂਰੀ ਹੈ ਕਿ ਦਿੱਲੀ ਦੇ ਵਿੱਚ ਕਿੰਨੇ ਕੰਟੇਨਮੈਂਟ ਜ਼ੋਨ ਹੈ ਤੇ ਕਿੰਨੇ ਰੈੱਡ ਜ਼ੋਨ ਹੈ। ਜੀ, ਕੇਂਦਰ ਸਰਕਾਰ ਨੇ ਦਿੱਲੀ ਦੇ ਅੰਦਰ 11 ਜ਼ਿਲ੍ਹੇ ਨੇ ਤੇ ਕੇਂਦਰ ਸਰਕਾਰ ਨੇ ਸਾਰੇ ਹੀ 11 ਦੇ 11 ਜ਼ਿਲ੍ਹੇ ਨੂੰ ਰੈੱਡ ਜ਼ੋਨ 'ਚ ਰੱਖਿਆ ਹੈ। ਹਾਲਾਂਕਿ ਇਸ ਵਿੱਚ ਕੰਟੇਨਮੈਂਟ ਜ਼ੋਨ 99 ਤੋਂ ਘਟ ਕੇ 96 ਹੋ ਗਏ ਹੈ, ਲੇਕਿਨ ਫਿਰ ਵੀ ਸਹੂਲਤਾਂ ਦੀ ਜਿਹੜੀ ਗੱਲ ਹੈ ਉਹ ਕੁਝ ਵੀ ਹਜੇ ਰਾਹਤ ਨਹੀਂ ਦਿੱਤੀ ਜਾ ਰਹੀ। ਦਿੱਲੀ ਸਰਕਾਰ ਨੇ ਆਪਣੀ ਤਰਫੋਂ ਕੁਝ ਸਹੂਲਤਾਂ ਲਈ ਕੁਝ ਚੀਜ਼ਾਂ ਦੀ ਛੂਟ ਦਿੱਤੀ ਹੈ। ਮਸਲਨ ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤੱਕ ਜੋ ਹੈਲਪ ਹੈਗੇ ਡੋਮੈਸਟਿਕ ਹੈਲਪ ਘਰਾਂ 'ਚ ਜੋ ਕੰਮ ਕਰਨ ਆ ਸਕਦੇ ਆ ਲੋਕ, ਯਾਨੀ ਕਿ ਜੋ ਘਰਾਂ 'ਚ ਕੰਮ ਕਰਦੇ ਆ ਉਹ ਆ ਸਕਦੇ ਆ। ਲੇਕਿਨ ਅਗਰ ਤੁਹਾਡਾ ਏਰੀਆ ਜੋ ਹੈ ਕਿਸੇ RWA ਜਾਂ सोसाइटी ਦੇ ਅੰਦਰ ਹੈ ਜਿਨ੍ਹਾਂ ਦੀ ਇੱਕ स्पेसिफिक रेजिडेंट वेलफेयर एसोसिएशन है, तो अगर वो मंजूरी नहीं दे रही तो परमिशन नहीं मिलेगी जाने की। ਇਸ ਤੋਂ ਇਲਾਵਾ ਕੋਲਡ ਸਟੋਰੇਜ ਜਾਂ ਵੇਅਰ ਹਾਊਸਿੰਗ ਜੋ ਹੈ ਉਹ ਵੀ ਸ਼ੁਰੂ ਹੋ ਸਕਦੇ ਆ, ਲੇਕਿਨ ਉਹਦੇ ਅੰਦਰ ਲਿਮਿਟਿਡ ਸਟਾਫ ਕੰਮ ਕਰੇਗਾ। IT ਕੰਪਨੀਆਂ ਨੂੰ ਵੀ ਕਿਹਾ ਗਿਆ ਹੈ ਕਿ ਉਹ 33% ਸਟਾਫ ਦੇ ਨਾਲ ਕੰਮ ਸ਼ੁਰੂ ਕਰ ਸਕਦੇ ਆ, ਲੇਕਿਨ ਉਹਦੇ ਵਿੱਚ ਲੋਕ ਨਹੀਂ ਜਾ ਰਹੇ ਕਿਉਂਕਿ ਪਬਲਿਕ ਟਰਾਂਸਪੋਰਟ ਬੰਦ ਹੈ। ਇਸ ਤੋਂ ਇਲਾਵਾ ਸਰਕਾਰੀ ਦਫ਼ਤਰਾਂ ਦੇ ਵਿੱਚ ਸੈਕਟਰੀ ਲੈਵਲ ਔਰ ਅੰਡਰ ਸੈਕਟਰੀ ਲੈਵਲ ਦੇ ਤਾਂ ਲੋਕ ਜਾ ਹੀ ਰਹੇ ਆ, ਲੇਕਿਨ 33% ਜੋ ਸਟਾਫ ਨੂੰ ਆਉਣੇ ਦੀ ਗੱਲ ਕਹੀ ਗਈ ਆ ਉਹ ਵੀ ਨਹੀਂ ਜਾ ਪਾ ਰਿਹਾ ਹੈ ਕਿਉਂਕਿ ਡੈਫੀਨੇਟਲੀ
ट्रांसपोर्ट नहीं अवेलेबल, बसां मेट्रो बिल्कुल बंद है। ਇਹਦੇ ਇਲਾਵਾ सिक्योरिटी गार्ड या सेल्फ हेल्प ग्रुप्स, इलेक्ट्रीशियन और जो छोटी छोटी दुकानां है वो खुल ਸਕਦੀਆਂ ਅਗਰ ਅਸੀਂ ਪ੍ਰਭਾਵਿਤ ਇਲਾਕਿਆਂ ਦੀ ਗੱਲ ਕਰੀਏ ਕਿ ਕਿਹੜੇ ਇਲਾਕੇ ਸਭ ਤੋਂ ਜ਼ਿਆਦਾ ਇਫੈਕਟਡ ਨੇ, ਤਾਂ ਪਹਿਲਾਂ ਇਹ ਜੋ ਕੰਟੇਨਮੈਂਟ ਜ਼ੋਨ ਸੀਗੇ ਔਰ ਸਭ ਤੋਂ ਜ਼ਿਆਦਾ ਪੇਸ਼ੈਂਟ ਪਾਏ ਜਾ ਰਹੇ ਸੀ ਯਮੁਨਾ ਪਾਰ ਸਾਈਡ ਯਾਨੀ ਈਸਟ ਦਿੱਲੀ ਸਾਈਡ। ਹੁਣ ਇਹ ਜਿਹੜਾ ਹੈ ਇਫੈਕਟ ਸ਼ਿਫਟ ਹੋ ਕੇ ਸਾਊਥ ਦਿੱਲੀ ਸਾਈਡ ਆ ਗਿਆ ਹੈ। ਇਸ ਟਾਈਮ ਸਭ ਤੋਂ ਜ਼ਿਆਦਾ ਸਾਊਥ ਦਿੱਲੀ, ਸਾਊਥ ਵੈਸਟ ਦਿੱਲੀ ਇਸ ਚੀਜ਼ ਨਾਲ ਅਫੈਕਟਡ ਹੈ। ਦਿੱਲੀ ਦੇ ਵਿੱਚ ਇੱਕ ਹੀ ਬਿਲਡਿੰਗ ਦੇ ਵਿੱਚੋਂ 41 ਲੋਕ ਜੋ ਸੀਆਰਪੀਐਫ ਦੇ ਜਵਾਨ ਸੀ, ਉਹਨਾਂ ਦੀ ਇੱਕ ਬਟਾਲੀਅਨ ਪੂਰੀ ਦੀ ਪੂਰੀ ਇਹਨਾਂ ਕੋਰੋਨਾ ਵਾਇਰਸ ਨਾਲ ਪੋਜ਼ਿਟਿਵ ਪਾਈ ਗਈ। ਇਹਦੀ ਵਜ੍ਹਾ ਨਾਲ ਇੱਕ ਬੜਾ ਝਟਕਾ ਲੱਗਿਆ ਹੈ ਕਿ ਸਰਕਾਰੀ ਮਹਿਕਮਿਆਂ ਦੇ ਵਿੱਚ ਅਗਰ ਸੁਰੱਖਿਆ ਉਪਾਅ ਨਹੀਂ ਕੀਤੇ ਜਾ ਰਹੇ ਤਾਂ ਹੋਰ ਕੀਤੇ ਜਾਣਗੇ, ਉਹ ਵੀ ਪੁਲਿਸ, ਸੀਆਰਪੀਐਫ, ਇਸ ਤਰ੍ਹਾਂ ਦੇ ਜੋ ਵਰਕਰ ਜਿਨ੍ਹਾਂ ਨੂੰ ਫਰੰਟ ਤੇ ਰਹਿਣਾ ਪੈ ਰਿਹਾ ਹੈ। ਬਾਕੀ ਸਹੂਲਤਾਂ ਹੋ ਸਕਦਾ ਹੈ ਆਉਣੇ ਵਾਲੇ ਟਾਈਮ ਵਿੱਚ ਵਧੂਗੀਆਂ। ਦਿੱਲੀ ਸਰਕਾਰ ਨੇ ਕਿਹਾ ਹੈ ਕਿ ਜਿਹੜੇ ਰੈੱਡ ਜ਼ੋਨ ਹੈ, ਉਹਨਾਂ ਦੇ ਜਿਹੜੇ ਕੰਟੇਨਮੈਂਟ ਜ਼ੋਨ ਹੈ, ਰੈੱਡ ਜ਼ੋਨ ਦੇ ਅੰਦਰ ਜੋ ਕੰਟੇਨਮੈਂਟ ਜ਼ੋਨ ਹੈ, ਉਹਨਾਂ ਨੂੰ ਕਿਸੇ ਤਰ੍ਹਾਂ ਦੀ ਛੂਟ ਨਹੀਂ ਦਿੱਤੀ ਜਾਏਗੀ। ਲੇਕਿਨ ਕੰਟੇਨਮੈਂਟ ਜ਼ੋਨ ਤੋਂ ਇਲਾਵਾ ਕੁਝ ਚੀਜ਼ਾਂ ਨੂੰ ਛੂਟ ਦਿੱਤੀ ਜਾ ਸਕਦੀ ਹੈ। ਹਾਲਾਂਕਿ ਛੂਟ ਬਾਰੇ ਸਪੈਸੀਫਿਕਲੀ ਕੁਝ ਨਹੀਂ ਕਿਹਾ ਗਿਆ ਹੈ, ਲੇਕਿਨ ਉਮੀਦ ਹੈ ਕਿ ਹੁਣ ਆने ਵਾਲੇ ਸਮੇਂ ਦੇ ਜਿਸ 10 ਦਿਨ ਦਾ ਸਮਾਂ ਦਿੱਤਾ ਸਰਕਾਰ ਨੇ, ਕੁਝ ਛੂਟ ਮੁਹੱਈਆ ਕਰਾਈ ਜਾ ਸਕਦੀ ਹੈ। ਅਰਸ਼ ਜੀ ਜੀ ਗੋਰਕੀ ਬਖਸ਼ੀ ਜੀ, ਮੈਂ ਤੁਹਾਨੂੰ ਇਹ ਵੀ ਪੁੱਛਣਾ ਚਾਹਾਂਗਾ ਕਿ ਜੋ ਮਜ਼ਦੂਰ ਵਰਗ ਹੈ ਜੋ ਸੜਕਾਂ ਤੇ ਆ ਗਏ ਸੀਗੇ, ਜੋ ਅਜੇ ਜਿਨ੍ਹਾਂ ਨੂੰ ਕਿਤੇ ਕੰਮ ਨਹੀਂ ਮਿਲਿਆ ਜਾਂ ਕਿਸੇ ਹੋਰ ਰਾਜ ਦੇ ਸੀਗੇ, ਤੇ ਸਰਕਾਰ ਦੀਆਂ ਉਹਨਾਂ ਨੂੰ ਕੀ ਸਹੂਲਤਾਂ ਦਿੱਤੀਆਂ ਗਈਆਂ ਤੇ ਉਹ ਹੁਣ ਆਪਣੇ ਘਰਾਂ ਨੂੰ ਪਰਤ ਸਕਦੇ ਨੇ ਜਾਂ ਨਹੀਂ? ਹਾਂਜੀ, ਇਹ ਤੁਸੀਂ ਬਹੁਤ ਅੱਛਾ ਸਵਾਲ ਕੀਤਾ ਹੈ। ਇਹਦੇ ਵਿੱਚ ਦੋ ਚੀਜ਼ਾਂ ਸ਼ਾਮਿਲ ਨੇ। ਇੱਕ ਤਾਂ ਉਹ ਮਜ਼ਦੂਰ ਵਰਗ ਜੋ ਦਿੱਲੀ ਦੇ ਵਿੱਚ ਰਹਿ ਰਿਹਾ ਹੈ, ਦੂਸਰਾ ਮਜ਼ਦੂਰ ਵਰਗ ਜੋ ਦਿੱਲੀ ਤੋਂ ਬਾਹਰ ਜਾਣਾ ਚਾਹ ਰਿਹਾ ਸੀ। ਕੰਮ ਹਾਲਾਂਕਿ ਕਿਸੇ ਕੋਲ ਨਹੀਂ ਹੈ। ਕੁਝ ਐਨਜੀਓ ਉਹਨਾਂ ਨੇ ਕੁਝ ਮਜ਼ਦੂਰਾਂ ਨੂੰ ਜਾਂ ਉਹਨਾਂ ਦੀ ਫੈਮਿਲੀ ਟ੍ਰੇਨ ਕਰਕੇ ਸਿਲਾਈ ਦਾ ਕੰਮ ਕਰਾ ਰਹੇ ਹੈ, ਮਾਸਕ ਬਣਵਾ ਰਹੇ, ਤਾਂ ਬਹੁਤ ਛੋਟੇ ਲੈਵਲ ਤੇ ਕੰਮ ਹੋ ਰਿਹਾ, ਹਾਲਾਂਕਿ ਨਾ ਦੇ ਬਰਾਬਰ। ਤਾਂ ਅਸੀਂ ਕਹਿ ਸਕਦੇ ਹਾਂ ਕਿ ਦਿੱਲੀ ਦੇ ਮਜ਼ਦੂਰ ਜੋ ਹੈ ਜਿਸ ਟਾਈਮ ਹੈ ਉਹ ਇੱਕ ਤਰ੍ਹਾਂ ਦੀ ਬਹੁਤ ਬੁਰੀ ਹਾਲਤ ਦੇ ਵਿੱਚ ਹੈ। ਲੇਕਿਨ ਦਿੱਲੀ ਸਰਕਾਰ ਨੇ ਉਹਨਾਂ ਲਈ ਕੀ ਕੀਤਾ, ਇਸ ਬਾਰੇ ਤੁਹਾਨੂੰ ਜਾਣਕਾਰੀ ਦੇਣਾ ਚਾਹੁੰਦਾ ਹਾਂ। ਜੋ ਦਿੱਲੀ ਤੋਂ ਬਾਹਰ ਮਜ਼ਦੂਰ ਜਾ ਰਹੇ ਆ, ਜਿਹੜਾ ਕਿ 1 ਮਈ ਤੋਂ ਕੇਂਦਰ ਸਰਕਾਰ ਨੇ ਕੁਝ ਸਪੈਸ਼ਲ ਟ੍ਰੇਨਾਂ ਚਾਲੂ ਕੀਤੀਆਂ, ਉਹਨਾਂ ਟ੍ਰੇਨਾਂ ਦੇ ਰਾਹੀਂ ਉਹ ਆਪਣੇ ਘਰਾਂ ਜਾ ਸਕਦੇ ਹਨ। ਦੂਸਰਾ, ਜੋ ਦਿੱਲੀ ਦੇ ਵਿੱਚ ਹੀ ਹੈ, ਉਹਨਾਂ ਲਈ ਜੋ ਦਿੱਲੀ ਸਰਕਾਰ ਦੇ ਸਕੂਲ ਹੈਗੇ ਆ, ਉਹ ਸਾਰੇ ਸਕੂਲ ਮਜ਼ਦੂਰ ਵਰਗ ਲਈ ਅਲਾਟ ਕਰ ਦਿੱਤੇ ਗਏ ਨੇ। ਉਹਨਾਂ ਦੇ ਅੰਦਰ ਉਹਨਾਂ ਦੇ ਰਹਿਣੇ ਦੀ, ਖਾਣੇ ਦੀ, ਐਂਟਰਟੇਨਮੈਂਟ ਦੀ ਸਾਰੀ ਵਿਵਸਥਾ ਕੀਤੀ ਗਈ ਹੈ। ਉਹਨਾਂ ਨੂੰ 3 ਟਾਈਮ ਦਾ ਉਧਰ ਖਾਣਾ ਦਿੱਤਾ ਜਾਂਦਾ ਹੈ, ਪਕਾਇਆ ਖਾਣਾ। ਉਹਨਾਂ ਦੀ ਐਂਟਰਟੇਨਮੈਂਟ ਲਈ ਗਾਣੇ ਵਾਣੇ, ਕੁਝ ਫਿਲਮਾਂ ਦਿਖਾਉਂਦੇ ਆ, ਮਹਾਭਾਰਤ ਔਰ ਰਾਮਾਇਣ ਤਾਂ ਚੱਲਦਾ ਹੀ ਰਹਿੰਦਾ ਹੈ, ਕੁਝ ਟੀਵੀ ਸਕਰੀਨ ਲਗਾਈ ਗਈ ਹੈ। ਉਸ ਤੋਂ ਇਲਾਵਾ ਉਹਨਾਂ ਦੀ ਹੈਲਥ ਚੈੱਕਅਪ ਲਈ ਵੀ ਅਗਰ ਕਿਸੇ ਨੂੰ ਕੋਈ ਪ੍ਰੋਬਲਮ ਹੈ ਤਾਂ ਦਿਨ ਦੇ ਵਿੱਚ ਇੱਕ ਵਾਰੀ ਡਾਕਟਰ ਆਉਂਦਾ ਹੈ, ਪੁੱਛਦਾ ਹੈ ਕਿ ਕਿਸੇ ਨੂੰ ਪ੍ਰੋਬਲਮ ਹੈ ਤਾਂ ਉਹ ਡਾਕਟਰ ਕੋਲ ਜਾ ਸਕਦੇ ਆ, ਪ੍ਰੋਪਰ ਡਿਸਟੈਂਸ ਬਣਾ ਕੇ ਬੈਠਦੇ ਆ, ਤਾਂ ਉਹਨਾਂ ਦਾ ਇਲਾਜ ਵੀ ਉਧਰ ਹੁੰਦਾ ਹੈ। ਉਸ ਤੋਂ ਇਲਾਵਾ ਦਿੱਲੀ ਸਰਕਾਰ ਨੇ ਮਜ਼ਦੂਰਾਂ ਨੂੰ ਇਹ ਐਸ਼ੋਰੈਂਸ ਦਿੱਤਾ ਹੈ ਕਿ ਜਿੱਦਾਂ ਇਹ ਲਾਕਡਾਊਨ ਖਤਮ ਹੋਏਗਾ ਤਾਂ ਪਹਿਲਾਂ ਉਹਨਾਂ ਦੇ ਜੋ ਵੇਜਸ ਹੈ, ਉਹਨਾਂ ਦੀ ਜੋ ਪੈਸਾ ਰੁਕਿਆ ਹੋਇਆ ਠੇਕੇਦਾਰਾਂ ਤੋਂ ਜਾਂ ਕਿਸੇ ਤੋਂ, ਉਹਨਾਂ ਨੂੰ ਵਾਪਸ ਦਿਲਾਣੇ ਦੀ ਪੂਰੀ ਕੋਸ਼ਿਸ਼ ਕੀਤੀ ਜਾਏਗੀ। ਜੀ, ਬਹੁਤ ਹੀ ਵਧੀਆ ਤੁਸੀਂ ਜਾਣਕਾਰੀ ਦੱਸੀ ਕਿ ਜੋ ਮਜ਼ਦੂਰ ਵਰਗ ਨੇ ਉਹਨਾਂ ਨੂੰ ਕੀ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ ਅਤੇ ਉਹਨਾਂ ਦਾ ਜੋ ਘਰ ਵਾਪਸੀ ਦਾ ਯਤਨ ਸੀਗਾ ਉਹ ਕਿੱਦਾਂ ਹੁਣ ਸਕਸੈਸਫੁਲ ਹੋ ਰਿਹਾ। ਨਵਜੀਤ ਜੀ, ਮੈਂ ਤੁਹਾਨੂੰ ਪੁੱਛਣਾ ਚਾਹਾਂਗਾ ਕਿ ਪੰਜਾਬ ਸਰਕਾਰ ਨੇ ਬਹੁਤ ਹੀ ਵਧੀਆ ਪ੍ਰਯਤਨ ਕੀਤੇ ਨੇ ਕਿ ਜੋ ਵੀ ਪੰਜਾਬੀ ਕਿਸੇ ਬਾਹਰਲੀ ਸਟੇਟ ਵਿੱਚ ਫਸੇ ਹੋਏ ਨੇ ਉਹ ਵਾਪਸ ਆਪਣੀ ਸਟੇਟ ਵਿੱਚ ਪਰਤ ਸਕਦੇ ਨੇ, ਪਰ ਉਹਨਾਂ ਨੂੰ 14 ਦਿਨ ਲਈ ਕੁਆਰੰਟਾਈਨ ਦੇ ਵਿੱਚ ਰਹਿਣਾ ਪਵੇਗਾ ਅਤੇ ਉਹਨਾਂ ਦਾ ਪਹਿਲਾਂ ਟੈਸਟ ਹੋਵੇਗਾ। ਅਤੇ ਇੱਕ ਹੋਰ ਅਫਵਾਹ ਜੋ ਫੈਲੀ ਹੋਈ ਹੈ ਉਹ ਵੀ ਮੈਂ ਨਾਲ ਹੀ ਪੁੱਛ ਲੈਂਦਾ ਕਿਉਂਕਿ ਸਮਾਂ ਹੁਣ ਥੋੜ੍ਹਾ ਰਹਿ ਗਿਆ। ਜੋ ਅਫਵਾਹ ਫੈਲੀ ਹੋਈ ਹੈ ਕਿ ਪੰਜਾਬ ਵਿੱਚ ਕਾਫੀ ਲੋਕ ਜੋ ਗੇਟਾਂ ਦੇ ਨਾਲ ਥੁੱਕ ਲਗਾ ਕੇ ਮੇਬੀ ਇੱਦਾਂ ਦੀ ਅਫਵਾਹ ਫੈਲੀ ਹੋਈ ਹੈ ਕਿ ਕਰੋਨਾ ਵਾਇਰਸ ਫੈਲਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਇਹਦੇ ਵਿੱਚ ਕਿੰਨੀ ਕੁ ਸੱਚਾਈ ਹੈ? ਹਾਂਜੀ ਅਰਸ਼ਦੀਪ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਗੱਲ ਨੂੰ ਸਾਫ਼ ਤੌਰ ਤੇ ਕਿਹਾ ਕਿ ਪੰਜਾਬ ਤੋਂ ਬਾਹਰ ਜਿਹੜੇ ਮਜ਼ਦੂਰ ਫਸੇ ਹੋਏ ਨੇ ਉਹਨਾਂ ਨੂੰ ਪੰਜਾਬ ਵਿੱਚ ਲਿਆਂਦਾ ਜਾਵੇਗਾ ਤੇ ਉਹਨਾਂ ਨੂੰ 14 ਦਿਨ ਦਾ ਇਕਾਂਤਵਾਸ ਜਿਹੜਾ ਹੈ ਉਹਦੇ ਵਿੱਚ ਰੱਖਿਆ ਜਾਵੇਗਾ। ਇਸ ਲਈ ਸਰਕਾਰ ਜਿਹੜੀ ਹੈ ਪ੍ਰਬੰਧ ਕਰ ਰਹੀ ਹੈ। ਦੂਸਰੇ ਪਾਸੇ ਅਰਸ਼ੀ ਇੱਕ ਨਵੀਂ ਅਫਵਾਹ ਜਿਹੜੀ ਹੈ ਜ਼ਿਲ੍ਹਾ ਨਵਾਂਸ਼ਹਿਰ ਤੋਂ ਫੈਲੀ ਦੱਸੀ ਜਾ ਰਹੀ ਹੈ। ਹਾਲਾਂਕਿ ਅਸੀਂ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੇ ਕਿਉਂਕਿ ਇਹਦੀ ਅਜੇ ਤੱਕ ਜਾਣਕਾਰੀ ਜਿਹੜੀ ਹੈ
ਪੂਰਨ ਤਰੀਕੇ ਨਾਲ ਨਹੀਂ ਮਿਲੀ। ਪਰ ਮੈਂ ਤੁਹਾਡੇ ਤੱਕ ਇਹ ਜਾਣਕਾਰੀ ਇਸ ਲਈ ਸਾਂਝੀ ਕਰਨੀ ਚਾਹੁੰਦਾ ਹਾਂ ਕਿਉਂਕਿ ਬਹੁਤ ਸਾਰੇ ਲੋਕਾਂ ਦੇ ਵਿੱਚ ਸਮੇਂ-ਸਮੇਂ ਦੇ ਉੱਪਰ ਅਫਵਾਹਾਂ ਨੂੰ ਫੈਲਾਇਆ ਜਾਂਦਾ ਤੇ ਡਰ ਪੈਦਾ ਕੀਤਾ ਜਾਂਦਾ, ਦਹਿਸ਼ਤ ਪੈਦਾ ਕੀਤੀ ਜਾਂਦੀ ਆ। ਕਰੋਨਾ ਵਾਇਰਸ ਦੇ ਦੌਰਾਨ ਵੀ ਹੁਣ ਇੱਕ ਜਿਹੜੀ ਨਵੀਂ ਅਫਵਾਹ ਫੈਲਾਈ ਜਾ ਰਹੀ ਆ ਉਹ ਇਹ ਆ ਕਿ ਕੁਝ ਔਰਤਾਂ ਘੁੰਮ ਰਹੀਆਂ ਨੇ ਅਤੇ ਉਹ ਗੇਟ ਦੇ ਬਾਹਰ ਕੁੰਡਿਆਂ ਨੂੰ ਥੁੱਕ ਲਗਾ ਕੇ ਦੌੜ ਜਾਂਦੀਆਂ ਨੇ। ਦੇਖੋ ਅਰਸ਼ੀ, ਪਿਛਲੇ ਸਮੇਂ ਦੇ ਦੌਰਾਨ ਵੀ ਜਦੋਂ ਸਰਦੀਆਂ ਅਤੇ ਗਰਮੀਆਂ ਦਾ ਵਿਚਕਾਰਲਾ ਜਿਹਾ ਮੌਸਮ ਹੁੰਦਾ ਤੇ ਨਵੀਆਂ ਅਫਵਾਹਾਂ ਆਪਣੇ ਆਪ ਹੀ ਪੈਦਾ ਹੁੰਦੀਆਂ ਰਹਿੰਦੀਆਂ ਆ। ਪਿਛਲੇ ਪਰਾਰ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਉਸ ਸਮੇਂ ਇਹ ਰੌਲਾ ਪਿਆ ਸੀ ਕਿ ਔਰਤਾਂ ਦੀਆਂ ਗੁੱਤਾਂ ਕੱਟੀਆਂ ਜਾ ਰਹੀਆਂ ਨੇ। ਉਸ ਤੋਂ ਪਹਿਲਾਂ ਇੱਕ ਵਾਰੀ ਰੌਲਾ ਪਿਆ ਸੀ ਕਿ ਨਿਗਰੋ ਜਿਹੜੇ ਆ ਉਹ ਘਰਾਂ ਦੇ ਬਾਹਰ ਆਉਂਦੇ ਆ ਤੇ ਬੱਚੇ ਚੁੱਕ ਕੇ ਲੈ ਜਾਂਦੇ ਆ। ਸਮੇਂ ਦੇ ਉੱਪਰ ਅਜਿਹੀਆਂ ਜਿਹੜੀਆਂ ਅਫਵਾਹਾਂ ਆ ਉਹ ਫੈਲਦੀਆਂ ਜਾਂਦੀਆਂ ਨੇ। ਪਰ ਮੌਜੂਦਾ ਸਮੇਂ ਦੇ ਵਿੱਚ ਕਰੋਨਾ ਵਾਇਰਸ ਨੂੰ ਲੈ ਕੇ ਇਸ ਤਰ੍ਹਾਂ ਦੀ ਇਹ ਅਫਵਾਹ ਫੈਲਾਈ ਜਾ ਰਹੀ ਹੈ ਜਾਂ ਫਿਰ ਸੱਚਮੁੱਚ ਹੀ ਕਰੋਨਾ ਵਾਇਰਸ ਨੂੰ ਫੈਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਇਸ ਗੱਲ ਦੀ ਹਾਲੇ ਤੱਕ ਪੁਸ਼ਟੀ ਨਹੀਂ ਹੋਈ। ਪਰ ਹਾਂ, ਲੋਕਾਂ ਦੇ ਵਿੱਚ ਇੱਕ ਦਹਿਸ਼ਤ ਦਾ ਮਾਹੌਲ ਜ਼ਰੂਰ ਬਣ ਚੁੱਕਿਆ ਹੈ। ਲੋਕਾਂ ਦੇ ਵਿੱਚ ਡਰ ਆ, ਲੋਕਾਂ ਦੇ ਮਨਾਂ ਦੇ ਵਿੱਚ ਸਹਿਮ ਦਾ ਮਾਹੌਲ ਬਣ ਚੁੱਕਿਆ ਕਿ ਕਿਤੇ ਉਹਨਾਂ ਦੇ ਘਰਾਂ ਦੇ ਬਾਹਰ ਕੋਈ ਥੁੱਕ ਜਿਹੜਾ ਆ ਉਹ ਲਗਾ ਕੇ ਨਾ ਚਲਾ ਜਾਵੇ ਤੇ ਕਰੋਨਾ ਵਾਇਰਸ ਨਾ ਫੈਲ ਜਾਵੇ। ਹਾਲਾਂਕਿ ਇੱਕ ਮੈਂ ਸਕਾਰਾਤਮਕ ਗੱਲ ਅਰਸ਼ ਜੀ ਹੋਰ ਦੱਸਣੀ ਚਾਹੁੰਦਾ, ਜਿੱਥੇ ਕਰੋਨਾ ਵਾਇਰਸ ਦੇ ਨਾਲ ਹੁਣ ਤੱਕ ਲੱਖਾਂ ਲੋਕ ਜਿਹੜੇ ਆ ਵਿਸ਼ਵ ਭਰ ਦੇ ਵਿੱਚ ਮਰ ਚੁੱਕੇ ਆ। ਪਰ ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਇਸੇ ਜਿਹੜੇ ਨਤੀਜੇ ਆ ਉਹ ਸਕਾਰਾਤਮਕ ਵੀ ਆਏ ਆ। ਦੇਖੋ, ਜੇਕਰ ਪੰਜਾਬ ਦੇ ਵਿੱਚੋਂ ਮੌਜੂਦਾ ਸਮੇਂ ਤੱਕ 24,000 ਦੇ ਕਰੀਬ ਜਿਹੜੇ ਸੈਂਪਲ ਲਏ ਸੀਗੇ, ਉਹਦੇ ਵਿੱਚੋਂ 18,222 ਜਿਹੜੇ ਕੇਸ ਸੀਗੇ ਉਹ ਨੈਗੇਟਿਵ ਆਏ ਆ ਤੇ ਕਿਤੇ ਨਾ ਕਿਤੇ ਜਿਹੜੇ ਰਿਕਵਰ ਹੋਣ ਵਾਲੇ ਆ, ਠੀਕ ਹੋਣ ਵਾਲੇ ਲੋਕ ਆ, ਉਹਨਾਂ ਦੀ ਗਿਣਤੀ ਵੀ ਵੱਧਦੀ ਜਾ ਰਹੀ ਆ। ਇਸ ਕਰਕੇ ਲੋਕਾਂ ਨੂੰ ਇਹੀ ਇਸ ਪ੍ਰੋਗਰਾਮ ਰਾਹੀਂ, ਤੁਹਾਡੇ ਰਾਹੀਂ ਅਪੀਲ ਕੀਤੀ ਜਾ ਰਹੀ ਹੈ ਕਿ ਕਰੋਨਾ ਵਾਇਰਸ ਤੋਂ ਡਰਨ ਦੀ ਲੋੜ ਨਹੀਂ ਹੈ। ਹਾਲਾਂਕਿ ਕੁਝ ਸਾਵਧਾਨੀਆਂ ਜਿਹੜੀਆਂ ਆ ਜੋ ਸਰਕਾਰ ਨੇ ਗਾਈਡਲਾਈਨ ਜਾਰੀ ਕੀਤੀਆਂ ਆ ਉਹਨੂੰ ਜ਼ਰੂਰ ਮੰਨਿਆ ਜਾਵੇ ਤਾਂ ਕਿ ਇਹ ਅੱਗੇ ਤੋਂ ਅੱਗੇ ਨਾ ਫੈਲੇ। ਪਰ ਪੈਨਿਕ ਹੋਣ ਦੀ ਜ਼ਰੂਰਤ ਨਹੀਂ ਹੈ। ਜੇਕਰ ਕਿਸੇ ਮਰੀਜ਼ ਨੂੰ ਕਰੋਨਾ ਵਾਇਰਸ ਦੀ ਪੁਸ਼ਟੀ ਹੁੰਦੀ ਹੈ ਤਾਂ ਉਸ ਲਈ ਵੀ ਸਮਾਂ ਜ਼ਰੂਰ ਔਖਾ ਆ, ਪਰ ਇਸ ਦਾ ਮੁਕਾਬਲਾ ਕਰਨਾ ਹੀ ਸਮੇਂ ਦੀ ਸਭ ਤੋਂ ਵੱਡੀ ਜਿੱਤ ਹੋਵੇਗੀ। ਅਰਸ਼ੀ ਜੀ ਨਵਜੀਤ ਜੀ, ਜੋ ਲੋਕਾਂ ਨੂੰ ਹੈ ਹੁਣ ਬਹੁਤ ਹੀ ਸਾਵਧਾਨੀ ਨਾਲ ਅੱਗੇ ਵਧਣਾ ਚਾਹੀਦਾ ਹੈ। ਆਪਣੇ ਘਰਾਂ ਦੇ ਵਿੱਚ ਕਿਸੇ ਨੂੰ ਬਾਹਰੋਂ ਨਹੀਂ ਆਉਣ ਦੇਣਾ ਚਾਹੀਦਾ। ਅਗਰ ਕੋਈ ਘਰ ਆ ਰਿਹਾ ਹੈ ਤਾਂ ਆਪਣੇ ਘਰਾਂ ਨੂੰ ਬਾਅਦ ਵਿੱਚ ਚੰਗੀ ਤਰ੍ਹਾਂ ਸੈਨੀਟਾਈਜ਼ ਕਰ ਲੈਣਾ ਚਾਹੀਦਾ ਹੈ ਜੇ ਤੇ ਕਰੋਨਾ ਤੋਂ ਬਚਣਾ ਚਾਹੁੰਦੇ ਨੇ। ਅਤੇ ਇਸ ਦੇ ਨਾਲ ਹੀ ਮੈਂ ਤੁਹਾਡਾ ਦੋਨਾਂ ਦਾ ਸ਼ੁਕਰੀਆ ਕਰਦਾ ਹਾਂ ਅਤੇ ਇਜਾਜ਼ਤ ਲੈਂਦਾ ਹਾਂ। ਗੋਰਕੀ ਬਖਸ਼ੀ ਜੀ ਅਤੇ ਨਵਜੀਤ ਜੀ, ਤੁਹਾਡਾ ਬਹੁਤ ਧੰਨਵਾਦ। ਤੁਸੀਂ ਸਾਡੇ ਪ੍ਰੋਗਰਾਮ ਵਿੱਚ ਆਏ ਅਤੇ ਬਹੁਤ ਹੀ ਵਧੀਆ ਤੁਸੀਂ ਸਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਅਤੇ ਆਸ ਕਰਦੇ ਹਾਂ ਕਿ ਦਰਸ਼ਕਾਂ ਨੂੰ ਵੀ ਇਹ ਜਾਣਕਾਰੀ ਬਹੁਤ ਵਧੀਆ ਲੱਗੀ ਹੋਵੇਗੀ। ਧੰਨਵਾਦ ਜੀ।